ਉਹਨਾਂ ਨੂੰ ਮੈਂ ਦੋ ਬੇਨਤੀਆਂ ਕੀਤੀਆਂ। ਇੱਕ ਤੇ ਕਿਹਾ ਵੀ ਤੁਸੀਂ ਆਓ ਜੀ, ਕਹਿੰਦੇ ਮੈਂ ਆਣਾ ਅਮਰੀਕਾ ਪਰ ਤੁਹਾਡੇ ਕੋਲ ਨਹੀਂ ਆਣਾ। ਉਹ ਕਿਉਂ? ਗੁਰੂ ਗ੍ਰੰਥ ਸਾਹਿਬ ਦੇ ਅਸੀਂ ਛਾਪਣ ਦੀ ਸੇਵਾ ਤੁਸੀਂ ਜਿਹਨੂੰ ਮਰਜ਼ੀ ਦੇ ਦਿਓ, ਅਸੀਂ ਤੁਹਾਡੇ ਨਾਲ ਸਹਿਮਤ ਹੈਗੇ ਹਾਂ। ਅਸੀਂ ਨਹੀਂ ਕਰਨੀ, ਸਾਨੂੰ ਹੁਣ ਖਾਲਸਾ ਕਾਲਜ ਦੀ ਪਰਮਿਸ਼ਨ ਮਿਲ ਗਈ ਹੈ ਤੇ ਅਸੀਂ ਉਹ ਪੜ੍ਹੇ ਲਿਖੇ ਲੱਗੇ ਤੇ ਪੋਲੀਟੀਕਲ ਵੀ ਜਾਣਦੇ ਸੀਗੇ। ਉਹਨਾਂ ਨਾਲ ਥੋੜੀ ਲੰਬੀ ਗੱਲ ਹੋਈ ਜੀ। ਇਹਨਾਂ ਨੇ ਉਹਨੂੰ ਫੋਨ ਕੀਤੇ ਤੇ ਥੋੜਾ ਜਿਹਾ ਗੁੱਸੇ ਹੋਏ ਵੀ ਤੂੰ ਕਿਉਂ ਚੱਲਿਆ ਹੈਗਾ। ਤੇ ਪਹਿਲੇ ਉਸ ਤੋਂ ਪਹਿਲੇ ਬੈਕਗ੍ਰਾਉਂਡ ਹੈਗੀ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਛਾਪੇ ਸੀਗੇ ਵੀ ਅਸੀਂ ਇਸ ਚੱਕਰ 'ਚ ਪੈਣਾ ਨਹੀਂਗਾ ਵੀ ਉਹ ਬੰਦੇ ਸਮਝਣ ਵਾਲੇ ਨਹੀਂ ਹੈਗੇ। ਕਹਿੰਦਾ ਵੀ ਬੜੇ ਮੂਰਖ ਨੇ ਉਹ, ਵੀ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ। ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਸਾਹਿਬ ਕਹਿੰਦੇ ਨੇ ਵੀ ਸਾਡੀ ਗੱਲ ਨਹੀਂ ਮੰਨੀ। ਜਥੇਦਾਰ ਸਾਹਿਬ ਨੇ ਹੁਕਮ ਕੀਤਾ ਕਿ ਰਾਤੋਂ ਰਾਤ, ਕਿਉਂਕਿ ਅਸੀਂ ਲਾਈਵ ਕਵਰੇਜ ਕੀਤੀ ਸੀ ਸਾਂਝਾ ਟੀਵੀ ਨੇ, ਰਾਤੋਂ ਰਾਤ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਨਾਲ ਦੀਆਂ ਮਸ਼ੀਨਾਂ ਚੁੱਕ ਕੇ ਲੈ ਉਹਨਾਂ ਤਾਂ ਮੰਨੇ ਆ ਗੱਲ ਨੂੰ। ਸਾਡੇ ਸਥਾਨਕ ਭਾਈਚਾਰੇ ਦੇ ਵਿੱਚ ਇੱਕ ਐਸਾ ਨਾਮ ਹੈ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਦੀ ਪ੍ਰਮੋਸ਼ਨ ਕੀਤੀ। ਖਾਲਸਾ ਸਕੂਲ, ਖਾਲਸਾ ਕ੍ਰੈਡਿਟ ਯੂਨੀਅਨ, ਤੇ ਹੁਣ ਪਤਾ ਲੱਗਾ ਹੈ ਕਿ ਖਾਲਸੇ ਦੇ ਨਾਮ ਦੇ ਉੱਤੇ ਹੋਰ ਤਰੱਕੀਆਂ ਤੇ ਚੜ੍ਹਦੀਆਂ ਕਲਾਂ ਚ ਲਿਜਾਉਣ ਦੇ ਲਈ, ਜਿਨ੍ਹਾਂ ਦਾ ਨਾਮ ਕਈ ਵਾਰ ਬੜੀਆਂ ਵਿਵਾਦਾਂ ਦੇ ਵਿੱਚ ਵੀ ਭਾਵੇਂ ਰਿਹਾ, ਪਰ ਵਿਵਾਦਾਂ 'ਚ ਹੋਣ ਦੇ ਬਾਵਜੂਦ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿ ਕੇ ਵਿਚਰਦੇ ਰਹੇ ਨੇ, ਉਹ ਸ਼ਖਸੀਅਤ ਹੁਣੇ ਭਾਰਤ ਦਾ ਦੌਰਾ ਕਰਕੇ ਆਏ ਨੇ, ਪੰਜਾਬ ਜਾ ਕੇ ਆਏ ਨੇ। ਸਾਡੇ ਮਾਣਯੋਗ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਦੇ ਦਿਨ ਇਸ ਮੁਲਕ ਦੇ ਵਿੱਚ ਹੋਣਾ ਸੀ। ਉਹਨਾਂ ਦਾ ਦੌਰਾ ਅਚਨਚੇਤ ਰੱਦ ਹੋ ਗਿਆ। ਕਿਉਂ ਹੋਇਆ, ਕੀ ਕਾਰਨ ਬਣੇ, ਇਹ ਸਾਰਾ ਕੁਝ ਜਾਣਨ ਦੇ ਲਈ ਖਾਲਸਾ ਸਕੂਲ ਦੇ ਬਾਨੀ ਸਰਦਾਰ ਰਿਪਦਮਨ ਸਿੰਘ ਮਲਕ ਉਹਨਾਂ ਨੂੰ ਸੱਦਾ ਦਿੱਤਾ ਹੈ, ਜਿਹੜੇ ਕਿ ਸਟੂਡੀਓ ਦੇ ਵਿੱਚ ਮੇਰੇ ਨਾਲ ਆਏ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਮਲਕ ਸਾਹਿਬ, ਪ੍ਰੋਗਰਾਮ ਖਬਰਸਾਰ ਬਿਹਾਈਂਡ ਦਾ ਨਿਊਜ਼ ਦੇ ਵਿੱਚ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮਲਕ ਸਾਹਿਬ, ਥੋੜਾ ਜਿਹਾ ਤੁਹਾਡੇ ਭਾਰਤੀ ਦੌਰੇ ਬਾਰੇ ਪਹਿਲਾਂ ਜਾਣਨਾ ਚਾਹੁੰਦੇ ਹਾਂ। ਕਦੋਂ ਤੁਸੀਂ ਵਾਪਸ ਆਏ ਹੋ ਭਾਰਤ ਤੋਂ ਜੀ? ਹੁਣ ਮੈਂ ਕੱਲ ਵਾਪਸ ਆਇਆ, ਮੈਂ 2 ਜੂਨ ਨੂੰ ਤੇ ਸ਼ਾਇਦ 15 ਮਈ ਦੇ ਕਰੀਬ ਗਿਆ ਸੀਗਾ ਜੀ। ਤੇ ਉੱਥੇ ਮੈਂ ਹੁਣ 2.5 ਸਾਲ ਪ੍ਰੀ ਕੋਵਿਡ ਗਿਆ ਸੀ, ਉਸ ਤੋਂ ਬਾਅਦ ਹੁਣ ਗਿਆ ਸੀਗਾ। ਤੇ ਜਿਹੜਾ ਮੈਂ ਉੱਥੇ ਫੀਲ ਕੀਤਾ ਜਾ ਕੇ, ਜੋ ਦੇਖਿਆ, ਜੋ ਸਮਝਿਆ ਕਿ ਬੀਜੇਪੀ ਤੇ ਆਪ ਦੋਨੋਂ ਬਹੁਤ ਸਟਰੋਂਗ ਹੋ ਰਹੇ ਨੇ। ਦੋਨੋਂ ਹੀ ਪ੍ਰੋ ਹਿੰਦੂ ਤੇ ਆਰਐਸ ਦੇ ਹੈਗੇ ਨੇ, ਸਮਰਥਕ ਗਰੁੱਪ ਦੋਨੋਂ ਉਹਨਾਂ ਦੇ ਭਾਈਵਾਲ ਨੇ ਤੇ ਉਹਨਾਂ ਦੇ ਨੇ। ਤੇ ਦੂਜੇ ਪਾਸੇ ਜਿਹੜੇ ਅਕਾਲੀ ਨੇ, ਉਹਨਾਂ ਨੂੰ ਕਾਫੀ ਹਾਰ ਹੋਈ ਹੈ ਸਾਰੇ ਪਾਸੇ, ਤੇ ਉਹ ਸਾਰੇ ਇਕੱਠੇ ਹੋ ਗਏ ਨੇ ਹੁਣ ਜੀ। ਸੋ ਸਾਰੇ ਜਿਹੜੇ ਅਕਾਲੀ ਮਾਈਂਡਡ, ਪੰਥਕ ਮਾਈਂਡਡ ਸਾਰੇ ਇਕੱਠੇ ਹੋਏ ਨੇ। ਸੋ ਐਟਮੋਸਫੀਅਰ ਕਾਫੀ ਉੱਥੇ ਗੁੱਡ ਸੀਗਾ, ਇਸ ਗੱਲੋਂ ਵੀ ਉੱਥੇ ਕਾਫੀ ਇਕੱਠੇ ਹੋਏ ਸੀਗੇ। ਤੇ ਦਿੱਲੀ ਦੇ ਵਿੱਚ ਮੈਂ ਸਰਨਾ ਸਾਹਿਬ ਦੇ ਘਰ ਗਿਆ ਸੀ, ਉਹਨਾਂ ਨੇ ਸਾਰੇ ਅਕਾਲੀ ਦਲ ਉੱਥੇ ਇਕੱਠੇ ਕਰਕੇ ਤੇ ਸਾਰੀ ਮੀਟਿੰਗ ਕੀਤੀ। ਇਟ ਵਾਜ਼ ਵੈਰੀ ਨਾਈਸ ਕਿ ਮੈਂ ਆਪਣੀ ਅੱਖੀ ਦੇਖਿਆ ਵੀ ਉਹ ਤਿੰਨੇ ਹੀ ਸਰਨਾ ਸਾਹਿਬ ਦੇ ਘਰ, ਸਰਨਾ ਸਾਹਿਬ ਤੇ ਹੈਗੇ ਹੀ ਸੀਗੇ, ਹਿੱਤ ਸਾਹਿਬ ਤੇ ਜੀਕੇ ਸਾਹਿਬ। ਅੰਮ੍ਰਿਤਸਰ ਮੈਂ ਮਿਲਿਆ ਧਾਮੀ ਸਾਹਿਬ ਨੂੰ। ਧਾਮੀ ਸਾਹਿਬ ਇੰਟੈਲੀਜੈਂਟ ਨੇ, ਸਿਆਣੇ ਨੇ, ਵਿਦਵਾਨ, ਪੜ੍ਹੇ ਲਿਖੇ ਨੇ ਤੇ ਬੜਾ ਸਮਝ ਕੇ ਬੋਲਦੇ ਨੇ। ਉਹਨਾਂ ਨੂੰ ਮੈਂ 2 ਬੇਨਤੀਆਂ ਕੀਤੀਆਂ। ਇੱਕ ਤੇ ਕਿਹਾ ਵੀ ਤੁਸੀਂ ਆਓ, ਕਹਿੰਦੇ ਮੈਂ ਆਣਾ ਅਮਰੀਕਾ ਪਰ ਤੁਹਾਡੇ ਕੋਲ ਨਹੀਂ ਆਣਾ। ਉਹ ਕਿਉਂ? ਮੇਰੇ ਖਿਆਲ ਡਰਦੇ ਨੇ ਵੀ ਇੱਥੇ ਆ ਕੇ ਲੋਕੀ ਮੁਖਾਲਫਤ ਕਰਦੇ ਨੇ। ਅੱਛਾ। ਤੇ ਪਰ ਉਹਨੇ ਕਿਹਾ ਨਹੀਂ ਗਾ ਜੀ। ਦੂਜਾ ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਛਾਪਣ ਦੀ ਸੇਵਾ ਤੁਸੀਂ ਜਿਹਨੂੰ ਮਰਜ਼ੀ ਦੇ ਦਿਓ, ਅਸੀਂ ਤੁਹਾਡੇ ਨਾਲ ਸਹਿਮਤ ਹੈਗੇ ਹਾਂ। ਅਸੀਂ ਨਹੀਂ ਕਰਨੀ, ਸਾਨੂੰ ਹੁਣ ਖਾਲਸਾ ਕਾਲਜ ਦੀ ਪਰਮਿਸ਼ਨ ਮਿਲ ਗਈ ਹੈ ਤੇ ਅਸੀਂ ਉਹ ਉਧਰ ਦਿਮਾਗ ਲਾਣਾ। ਉਹ ਕਹਿੰਦੇ ਸਾਡੇ ਕੋਲ ਬਲ ਸਾਹਿਬ ਨੇ ਵੀ ਡਿਕਸੀ ਤੋਂ ਕਿਹਾ। ਮੈਂ ਕਿਹਾ ਜਿਹਨੂੰ ਮਰਜ਼ੀ ਦੇ ਦਿਓ, ਅਸੀਂ ਬਲ ਸਾਹਿਬ ਨੂੰ ਦੇ ਦਿਓ, ਵਿਰਟ ਸਾਹਿਬ ਵਾਲਿਆਂ ਨੂੰ ਦੇ ਦਿਓ, ਸਿੰਘ ਸਭਾ ਸਰੀ ਤੋਂ ਚਾਹੁੰਦੇ ਨੇ, ਅਸੀਂ ਤਿੰਨਾਂ ਦੇ ਨਾਲ ਸਹਿਮਤ ਹੈਗੇ ਹਾਂ, ਤੁਸੀਂ ਜਿਹਨੂੰ ਮਰਜ਼ੀ ਦੇ ਦਿਓ। ਫਿਰ ਮੈਂ ਜਥੇਦਾਰ ਸਾਹਿਬ ਨੂੰ ਮਿਲਿਆ। ਮੈਨੂੰ ਜਥੇਦਾਰ ਸਾਹਿਬ ਵੀ ਕਾਫੀ ਸਿਆਣੇ, ਵਿਦਵਾਨ, ਪੜ੍ਹੇ ਲਿਖੇ ਲੱਗੇ ਤੇ ਪੋਲੀਟੀਕਲ ਵੀ ਜਾਣਦੇ ਸੀਗੇ। ਉਹਨਾਂ ਨਾਲ ਥੋੜੀ ਲੰਬੀ ਗੱਲ ਹੋਈ ਜੀ। ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਤੁਸੀਂ ਆਓ, ਕਹਿੰਦੇ ਆਵਾਂਗੇ।
ਮੈਂ ਕਿਹਾ ਜੀ ਤੁਹਾਨੂੰ ਅਸੀਂ ਸਕੂਲ ਦਿਖਾਣੇ ਨੇ, ਐਜੂਕੇਸ਼ਨ ਦਿਖਾਣੀ ਹੈ, ਬੱਚੇ ਤੁਹਾਡੇ ਨਾਲ ਗੱਲਬਾਤ ਕਰਨਗੇ ਤੇ ਅਸੀਂ ਉਹਨਾਂ ਨੂੰ ਅਕਾਲ ਤਖਤ ਬਾਰੇ ਦੱਸਾਂਗੇ ਜੀ। ਅਸੀਂ ਕਿਹਾ ਵੀ ਕੁਝ ਗੁਰਦੁਆਰੇ ਵੀ ਉੱਥੇ ਤੁਹਾਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਮਿਲਾਵਾਂਗਾ। ਮੈਂ ਆ ਕੇ ਸਿੰਘ ਸਭਾ ਨਾਲ ਤੇ ਖਾਲਸਾ ਦਰਬਾਰ ਨਾਲ ਗੱਲਬਾਤ ਕੀਤੀ, ਉਹ ਦੋਨਾਂ ਨੇ ਤਕਰੀਬਨ ਸਹਿਮਤੀ ਸੀਗੀ, ਸੋ ਉਹ ਮਿਲਣਾ ਚਾਹੁੰਦੇ ਸੀ ਜੀ। ਇੱਧਰੋਂ ਦੀ ਗੱਲ ਥੋੜ੍ਹੀ ਬਹੁਤ ਬਾਹਰ ਆ ਗਈ। ਇਹਨਾਂ ਨੇ ਉਹਨੂੰ ਫੋਨ ਕੀਤੇ ਤੇ ਥੋੜ੍ਹਾ ਜਿਹਾ ਗੁੱਸੇ ਹੋਏ ਵੀ ਤੂੰ ਕਿਉਂ ਚੱਲਿਆ ਹੈਗਾ। ਤੇ ਪਹਿਲੇ ਉਸ ਤੋਂ ਪਹਿਲੇ ਬੈਕਗਰਾਉਂਡ ਹੈਗੀ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਛਾਪੇ ਸੀਗੇ ਤੇ ਉਦੋਂ ਉਹ ਸਾਡੇ ਤੇ ਗੁੱਸੇ ਸੀਗੇ, ਅਸੀਂ ਮਾਫੀ ਮੰਗ ਲਿੱਤੀ, ਸਾਰਾ ਸਪਸ਼ਟੀਕਰਨ ਦੇ ਦਿੱਤਾ। ਉਹਨੇ ਕਹਿੰਦੇ ਵੀ ਤੁਹਾਡਾ ਮੈਟਰ ਉਦੋਂ ਹੀ ਦੱਸਦਾ ਸੀ ਵੀ ਤੁਹਾਡਾ ਮੈਟਰ ਖਤਮ ਹੋ ਗਿਆ ਸਾਡੇ ਨਾਲ ਹੁਣ। ਜੀ ਜੀ। ਐਤਕੀ ਗਿਆ ਤੇ ਮੈਂ ਦੱਸਿਆ ਉਹਨਾਂ ਨੂੰ ਵੀ ਅਸੀਂ ਉਹਨੂੰ ਦੱਸ ਆਏ ਹਾਂ SGPC ਵਾਲਿਆਂ ਨੂੰ ਵੀ ਅਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਛਾਪਨੇ। ਉਹ ਕਹਿੰਦੇ ਠੀਕ ਹੈਗਾ। ਅਸੀਂ ਕਿਹਾ ਤੁਸੀਂ ਆਓ, ਤੇ ਅਸੀਂ ਕਿਹਾ ਵੀ ਜਿਹੜੀ ਸਾਡੀ ਮਸ਼ੀਨ ਵਗੈਰਾ ਹੈਗੀ ਹੈ ਸਾਨੂੰ ਉਹਦੀ ਵੀ ਤੁਸੀਂ ਫਿਕਰ ਨਹੀਂ ਕਰਨਾ, ਜਾਂ ਕੋਈ ਗੁਰੂ ਗ੍ਰੰਥ ਸਾਹਿਬ ਨੇ ਜਿਹਨੂੰ ਮਰਜ਼ੀ ਦੇ ਦਿਓ, ਵੀ ਅਸੀਂ ਇਸ ਚੱਕਰ 'ਚ ਪੈਣਾ ਨਹੀਂਗਾ, ਵੀ ਉਹ ਬੰਦੇ ਸਮਝਣ ਵਾਲੇ ਨਹੀਂ ਹੈਗੇ। ਕਹਿੰਦਾ ਵੀ ਬੜੇ ਮੂਰਖ ਨੇ ਉਹ, ਵੀ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਤੇ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਮੈਂ ਕਿਹਾ ਵੀ ਇਹੋ ਹੀ ਗੱਲ ਹੈਗੀ ਹੈ ਵੀ ਉਹਨਾਂ ਨੇ ਗੱਲ ਤੁਹਾਡੀ ਮੰਨੀ ਨਹੀਂ ਗਈ, ਤੇ ਅਸੀਂ ਉਸ ਚੱਕਰ 'ਚ ਨਹੀਂ ਪੈਣਾ, ਵੀ ਤੁਸੀਂ ਆਓ, ਤੁਹਾਡਾ ਸਤਿਕਾਰ ਹੈਗਾ ਜੀ। ਤੇ ਕਿਉਂਕਿ ਸਾਡੇ ਉੱਥੇ ਸਕੂਲ ਦੇ ਕਨਸਟੀਟਿਊਸ਼ਨ 'ਚ ਦੋ ਕਨਸਟੀਟਿਊਸ਼ਨ ਬਣਾਏ ਨੇ, ਸਕੂਲ ਦਾ ਤੇ ਕ੍ਰੈਡਿਟ ਯੂਨੀਅਨ ਦਾ, ਦੋਵਾਂ ਤੇ ਲਿਖਿਆ ਹੋਇਆ ਹੈ ਵੀ ਅਸੀਂ ਅਕਾਲ ਤਖਤ ਦੀ ਗੱਲ ਹਰ ਮੰਨਾਂਗੇ। ਓਕੇ। ਸੋ ਅਸੀਂ ਤੁਹਾਡੇ ਬਿਲਕੁਲ ਹੈਗੇ ਅਧੀਨ ਤੇ ਤੁਹਾਡੀ ਗੱਲ ਮੰਨਾਂਗੇ। ਯਾਨੀ ਕਿ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਸਾਹਿਬ ਕਹਿੰਦੇ ਨੇ ਵੀ ਸਾਡੀ ਗੱਲ ਨਹੀਂ ਮੰਨੀ। ਜਥੇਦਾਰ ਸਾਹਿਬ ਨੇ ਹੁਕਮ ਕੀਤਾ ਕਿ ਰਾਤੋਂ ਰਾਤ, ਕਿਉਂਕਿ ਅਸੀਂ ਲਾਈਵ ਕਵਰੇਜ ਕੀਤੀ ਸੀ ਸਾਂਝਾ ਟੀਵੀ ਨੇ, ਰਾਤੋਂ ਰਾਤ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਨਾਲ ਦੀਆਂ ਮਸ਼ੀਨਾਂ ਚੁੱਕ ਕੇ ਲੈ। ਉਹਨਾਂ ਤਾਂ ਮੰਨਿਆ ਗੱਲ ਨੂੰ, ਉਸੇ ਵੇਲੇ ਉਹ ਜਦੋਂ ਉਹਨਾਂ ਦਾ ਹੁਕਮ ਮੰਨਿਆ ਤੇ ਉਹ ਆਪਣੀਆਂ ਕਰੇਨਾਂ ਲੈ ਕੇ ਆਏ ਉੱਥੇ। ਸਾਡੇ ਤਾਂ ਕਨਸਟੀਟਿਊਂਸੀ ਨਾ, ਸੋ ਅਸੀਂ ਤਾਂ ਮੰਨੀ ਸੀਗੀ, ਉਹਨਾਂ ਦੇ ਫਾਇਦੇ ਸੀਗੀ, ਉਹਨਾਂ ਨੇ ਮੰਨ ਲਿੱਤੀ। ਜਦੋਂ ਉਹਨਾਂ ਦੇ ਖਿਲਾਫ ਜਾਂਦੀ ਸੀਗੀ ਉਦੋਂ ਉਹਨਾਂ ਨੂੰ ਅਕਾਲ ਤਖਤ ਦੀ ਇੱਜ਼ਤ ਨਹੀਂ ਹੈਗੀ, ਜਦੋਂ ਹੱਕ ਜਾਂਦੀ ਤੇ ਇੱਜ਼ਤ ਹੈਗੀ ਹੈ। ਤੇ ਡਬਲ ਸਟੈਂਡਰਡ ਹੋ ਗਿਆ ਨਾ। ਨਹੀਂ, ਡਬਲ ਸਟੈਂਡਰਡ ਕਿਵੇਂ ਹੋ ਗਿਆ ਹੁਣ? ਉਦੋਂ ਉਹਨਾਂ ਨੇ ਬਕਾਇਦਾ ਗੱਲ ਮੰਨੀ ਤੇ ਉਹ ਬੀੜਾਂ ਲੈ ਕੇ ਚਲੇ ਗਏ। ਪਰ ਇਹ ਗੱਲ ਅਕਾਲ ਤਖਤ ਸਾਹਿਬ ਨੇ, ਜਥੇਦਾਰ ਨੇ ਕਹੀ ਸੀ ਕਿ ਤੁਸੀਂ ਵਿਦਿਨ 3 ਮੰਥ ਸਾਰਾ ਕੁਝ, ਸਾਰੀਆਂ ਬੀੜਾਂ ਨੂੰ ਸਕ੍ਰਿਪਟਨਾਈਜ਼ ਕਰਕੇ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ ਕਿ ਇਹਦੇ ਵਿੱਚ ਕੋਈ ਗਲਤੀ ਤਾਂ ਨਹੀਂ। ਜੇ ਗਲਤੀ ਹੈ ਤੇ ਸਾਨੂੰ ਰਿਪੋਰਟ ਪੇਸ਼ ਕਰੋ। ਕੀ ਉਹ ਰਿਪੋਰਟ ਉਹਨਾਂ ਨੂੰ ਦਿੱਤੀ, ਉਹਦੇ ਵਿੱਚ ਗਲਤੀ ਨਿਕਲੀ ਕੋਈ? ਜਦੋਂ ਮੇਰੀ ਜਥੇਦਾਰ ਸਾਹਿਬ ਨਾਲ ਉਦੋਂ ਗੱਲ ਹੋਈ ਸੀ ਨਾ, ਜਥੇਦਾਰ ਸਾਹਿਬ ਨੂੰ ਇਹ ਰਿਪੋਰਟ ਮਿਲ ਗਈ ਸੀਗੀ ਵੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਚੇਂਜ ਨਹੀਂ ਹੈਗੀ। ਓਕੇ। ਜਦੋਂ ਬਿਫੋਰ ਹੀ ਕਲੀਅਰਡ ਮੀ, ਉਹਨਾਂ ਕੋਲ ਇਨਫੋਰਮੇਸ਼ਨ ਹੈਗੀ ਸੀਗੀ। ਹੁਣ ਕਿਹੜਾ ਮਹੀਨਾ ਸੀਗਾ, 3 ਮਹੀਨੇ ਲੱਗੇ, 4 ਮਹੀਨੇ ਲੱਗੇ, 5 ਮਹੀਨੇ ਲੱਗੇ, ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ। ਪਰ ਉਦੋਂ ਹੀ ਮੈਨੂੰ ਉਹਨਾਂ ਨੇ ਕਹਿਤਾ ਸੀਗਾ ਫੋਨ ਤੇ ਵੀ ਸਾਨੂੰ ਤੇਰੇ ਵਾਸਤੇ ਕੋਈ ਸਵਾਲ ਨਹੀਂ ਹੈਗਾ। ਕੋਈ ਸਵਾਲ ਨਹੀਂ ਹੈ। ਫਿਰ ਉਹਨਾਂ ਨੇ ਹੁਕਮ ਕੀਤਾ, ਜਥੇਦਾਰ ਸਾਹਿਬ ਨੇ ਜਿਹੜਾ ਗਰੁੱਪ ਲੈ ਕੇ ਗਿਆ ਸੀ, ਜਿਹੜੇ ਸਾਡੇ ਵੀਰ ਨੇ, ਕਿਉਂਕਿ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਕੌਂਸਲ ਹੈ, ਉਹਨਾਂ ਵੱਲੋਂ ਇਹ ਐਕਸ਼ਨ ਹੋਇਆ ਸੀ। ਗੁਰਦੁਆਰਾ ਕੌਂਸਲ ਨੇ 13 ਜੂਨ ਵਾਲੇ ਦਿਨ ਇੱਕ ਚਿੱਠੀ ਲਿਖੀ ਹੈ ਜਥੇਦਾਰ ਸਾਹਿਬ ਨੂੰ। ਉਸ ਚਿੱਠੀ ਬਾਰੇ ਥੋੜੀ ਜਿਹੀ ਜਾਣਕਾਰੀ ਦਿਓਗੇ, ਕੀ ਲਿਖਿਆ ਉਹਨਾਂ ਨੇ? ਬੇਸਿਕਲੀ ਜਦੋਂ ਮੀਟਿੰਗ ਕਰਦੇ ਨੇ ਨਾ, ਤੇ ਮਨਿੰਦਰ ਸਿੰਘ ਤੇ ਨਿੱਜਰ ਸਾਹਿਬ ਇਹ ਬਾਕੀ ਗੁਰਦੁਆਰਿਆਂ ਨੂੰ ਬੁਲੀ ਕਰ ਜਾਂਦੇ ਨੇ। ਬੁਲੀ ਕਰ ਦਿੰਦੇ? ਬੁਲੀ ਕਰਦੇ ਨੇ ਬਾਕੀ ਗੁਰਦੁਆਰਿਆਂ ਨੂੰ। ਅੱਛਾ। ਤੇ ਮਤਲਬ ਬੇਸਿਕਲੀ ਹੈਗਾ ਕਿ ਖਾਲਸਾ ਦਰਬਾਰ ਕਹਿੰਦਾ ਵੀ ਸਾਨੂੰ ਨਹੀਂ ਪੁੱਛਿਆ ਇਹਨਾਂ ਨੇ। ਓਕੇ। ਚਿੱਠੀ ਲਿਖਣ ਤੋਂ ਪਹਿਲੇ ਜਿਹੜਾ ਹੈਗਾ ਉਹ ਐਪਸਪੋਰਟ ਦੇ ਵਿੱਚ ਕਲਗੀਧਰ, ਉਹ ਕਹਿੰਦੇ ਵੀ ਸਾਨੂੰ ਨਹੀਂ ਪੁੱਛਿਆ। ਸੋ ਜੇ ਉਹਨਾਂ ਨੂੰ ਪੁੱਛਣਾ ਹੀ ਨਹੀਂ ਹੈਗਾ ਤੇ ਆਪੇ ਹੀ ਚਿੱਠੀ ਕਰਨੀ ਹੈਗੀ ਹੈ। ਇਹਦਾ ਮਤਲਬ 3 ਗੁਰਦੁਆਰੇ ਸੀ ਜਿਨ੍ਹਾਂ ਨੇ, ਤੇ ਉਹ ਐਬਸਫੋਰਡ ਵਾਲੇ ਕਹਿੰਦੇ ਨੇ ਸਿੰਘ ਸਭਾ ਨੂੰ ਪੁੱਛਿਆ। ਸਿੰਘ ਸਭਾ ਆਊਟ ਹੈਗਾ ਉਹਦੇ ਚੋਂ। ਸਿੰਘ ਸਭਾ ਪਹਿਲੇ ਹੀ ਮਤਲਬ ਬੇਸਿਕਲੀ ਹੈਗਾ, ਸਿੰਘ ਸਭਾ ਥੋੜੇ ਸਟਰੋਂਗ ਨੇ, ਉਹਨਾਂ ਨੂੰ ਬੁਲੀ ਕਰਦੇ ਸੀਗੇ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਕੋਈ ਸਾਡਾ ਲੈਣ ਦੇਣ ਨਹੀਂ ਹੈਗਾ। ਉਹਨੂੰ 2 ਸਾਲ ਹੋ ਗਏ ਮੇਰੇ ਖਿਆਲ ਛੱਡਿਆ ਉਹਨਾਂ ਨੂੰ। ਓਕੇ। ਜਿਹੜਾ ਇਹ ਬ੍ਰਿਟਿਸ਼ ਕੋਲੰਬੀਆ ਜਿਹੜੇ ਗੁਰਦੁਆਰਾ ਕੌਂਸਲ ਹੈ। ਅੱਛਾ, ਇਹਦੇ ਵਿੱਚ ਜਿਹੜੀ ਚਿੱਠੀ ਲਿਖਦੇ ਨੇ, ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸੰਦੇਸ਼ ਦਿੰਦੇ ਆ ਕਿ ਬੀੜਾਂ ਤੇ ਮਸ਼ੀਨ ਹੈ ਜਿਹੜੀ ਉਹ ਵਾਪਸ ਕਰ ਦਿਓ, ਇਹ ਸਾਡਾ ਹੁਕਮ ਹੈ? ਜਥੇਦਾਰ ਸਾਹਿਬ ਚਾਹੁੰਦੇ ਸੀਗੇ 2 ਸਟੈਪ ਵਿੱਚ ਇਹਨਾਂ ਨੂੰ ਆਰਡਰ ਕਰਨਾ। ਪਹਿਲਾ ਆਰਡਰ ਕਰਨਾ ਚਾਹੁੰਦੇ ਸੀਗੇ ਵੀ
ਤੁਸੀਂ ਮਸ਼ੀਨ ਵਾਪਸ ਕਰ ਦਿਓ, ਉੱਥੇ ਪ੍ਰਿੰਟਿੰਗ ਕਰ ਲੈਣਗੇ, ਉਹ ਬੱਚਿਆਂ ਦੇ ਵਾਸਤੇ ਯੂਜ਼ ਹੋਏਗੀ। ਉਹ ਇਹਨਾਂ ਨੇ ਮੰਨਿਆ ਨਹੀਂਗਾ। ਦੂਜਾ ਉਹਨੇ ਕੀਤਾ ਹੀ ਨਹੀਂ ਹੈਗਾ ਆਰਡਰ ਫਿਰ ਵੀ ਤੁਸੀਂ ਬਾਕੀ ਦਾ ਸਮਾਨ ਵਾਪਸ ਕਰੋ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਪਹਿਲੇ ਨਹੀਂ ਮੰਨਦੇ। ਫਿਰ ਮੇਰੀ ਗੱਲ ਉਹਨਾਂ ਨਾਲ ਹੋਈ ਸੀਗੀ। ਓਕੇ, ਮੈਂ ਕਿਹਾ ਵੀ ਉਹਨਾਂ ਨੇ ਮੰਨੀ ਨਹੀਂ ਗੀ। ਖਾਲਸਾ ਸਕੂਲ ਦਾ 15 ਮਿਲੀਅਨ ਦਾ ਬਜਟ ਹੈਗਾ, ਇਹ ਛੋਟੀ ਜਿਹੀ ਅਮਾਊਂਟ ਹੈਗੀ ਹੈ, ਤੁਸੀਂ ਵੀ ਆਓ, ਅਸੀਂ ਤੁਹਾਡਾ ਵੀ ਉੱਥੇ ਬੱਚਿਆਂ ਨਾਲ ਸਤਿਕਾਰ ਕਰਾਂਗੇ, ਤੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਛੋਟੀ ਜਿਹੀ ਗੱਲ ਦੀ ਵੀ ਅਸੀਂ। ਉਹਨਾਂ ਨੇ ਮੰਨਣਾ ਨਹੀਂਗਾ। ਤੁਸੀਂ ਕਹਿੰਦੇ ਹੋ ਵੀ ਉਹ ਗਲਤ ਹੈਗੇ ਨੇ, ਅਸੀਂ ਕੀ ਕਰ ਸਕਦੇ ਹਾਂ ਹੁਣ? ਓਕੇ, ਸਾਡੀ ਕੋਈ ਬੱਚੇ ਪੜ੍ਹਾਉਣ ਦੀ ਲਾਈਨ ਹੈ, ਸਾਡੇ ਇਹਨਾਂ ਬੰਦਿਆਂ ਨੂੰ ਫਿਕਸ ਕਰਨ ਦੀ ਲਾਈਨ ਨਹੀਂ ਹੈਗੀ। ਨਹੀਂ, ਜੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ, ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸਿੰਘ ਸਾਹਿਬ ਜਥੇਦਾਰ ਨੂੰ ਅਪੁਆਇੰਟ ਕਰਦੀ ਹੈ। ਤਖਤ ਪਟਨਾ ਸਾਹਿਬ ਦੇ ਜਥੇਦਾਰ ਨੇ, ਉਹ ਸ਼੍ਰੋਮਣੀ ਕਮੇਟੀ ਅਪੁਆਇੰਟ ਨਹੀਂ ਕਰਦੀ। ਤਖਤ ਜਿਹੜੇ ਹਜੂਰ ਸਾਹਿਬ ਦੇ ਜਥੇਦਾਰ ਨੇ, ਉਹਨੂੰ ਸ਼੍ਰੋਮਣੀ ਕਮੇਟੀ ਅਪੁਆਇੰਟ ਨਹੀਂ ਕਰਦੀ। ਸ਼੍ਰੋਮਣੀ ਕਮੇਟੀ ਦਾ ਜਿਹੜਾ ਦਾਇਰਾ ਹੈ ਉਹ ਪੰਜਾਬ ਤੱਕ ਸੀਮਤ ਹੈ। ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਦੂਵਾਲ ਸਾਹਿਬ ਉਹਦੇ ਪ੍ਰਧਾਨ ਬਣ ਗਏ। ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਦੀਪ ਸਿੰਘ ਡਿਬੜਵਾ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਲੱਗ ਨੇ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲਾਂ ਕਾਫੀ ਚਿਰ ਮੇਰੇ ਖਿਆਲ ਡਾਕਟਰ ਕੀ ਨਾਂ ਸੀ ਉਹਨਾਂ ਦਾ, ਮੈਂ ਭੁੱਲ ਗਿਆ, ਉਹ ਸਨ। ਤੇ ਡਾਕਟਰ ਪ੍ਰਿਤਪਾਲ ਸਿੰਘ, ਅੱਜ ਕੱਲ੍ਹ ਮੇਰਾ ਖਿਆਲ ਸ਼ਾਇਦ ਜਸਵੰਤ ਸਿੰਘ ਹੋਠੀ ਹੋਣੀ ਬਣੇ ਹੋਏ ਨੇ। ਹੁਣ ਇਹ ਕੀ ਕਰਦੇ ਨੇ ਕਿ ਜਿਹੜੇ ਅਲੱਗ-ਅਲੱਗ ਜ਼ੋਨ ਨੇ, ਅਲੱਗ-ਅਲੱਗ ਇਲਾਕੇ ਨੇ, ਆਪਣੀਆਂ ਪ੍ਰਬੰਧਕ ਕਮੇਟੀਆਂ ਬਣਾਈਆਂ ਨੇ, ਉਸ ਹਿਸਾਬ ਨਾਲ ਚੱਲਦੇ ਨੇ। ਪਰ ਜੋ ਵੀ ਹੋਵੇ, ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ, ਐਟ ਦਾ ਐਂਡ ਆਫ ਦਾ ਡੇ ਸਾਡੀ ਸੁਪਰੀਮ ਪਾਵਰ ਤਾਂ ਅਕਾਲ ਤਖਤ ਹੀ ਆ ਨਾ। ਹਾਂਜੀ। ਜੇ ਅਕਾਲ ਤਖਤ ਤੋਂ ਤੁਹਾਨੂੰ ਕੀ ਲੱਗਦਾ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਹੁਕਮ ਆਉਂਦਾ ਹੈ, ਉਹ ਡਿਨਾਈ ਕਰ ਦਿੰਦੇ ਆ? ਮਤਲਬ ਹਰਿਆਣਾ ਵਾਲੇ ਸਾਰੇ ਨਾਈਸ ਹੈਗੇ ਨੇ। ਇੱਥੇ ਡਾਲਰ ਕਰਕੇ, ਕਿਸੇ ਗੱਲ ਕਰਕੇ ਜਿਹੜਾ ਨੇ ਨਾ, ਮਤਲਬ ਟੂ ਡਿਸਓਬੀਡੀਐਂਟ ਹੈਗੇ ਨੇ। ਇਹਨਾਂ ਦਾ ਕੀ ਏਜੰਡਾ ਹੈਗਾ ਮੈਨੂੰ ਪਤਾ ਨਹੀਂ, ਜਾਂ ਤੇ ਇੰਨੇ ਸਿਆਣੇ ਨਹੀਂ ਹੈਗੇ ਵੀ ਇਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਅਸੀਂ ਕਿਵੇਂ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹਾਂ, ਪਰ ਨੁਕਸਾਨ ਜ਼ਰੂਰ ਕਰਦੇ ਨੇ। ਤੇ ਸਿਆਣੇ ਕਿਉਂ ਨਹੀਂ ਹੈਗੇ? ਸਿਆਣੇ ਨੇ, ਪੜ੍ਹੇ ਲਿਖੇ ਨੇ, ਯੂਨੀਵਰਸਿਟੀਆਂ 'ਚ ਪੜ੍ਹੇ ਨੇ। ਮਨਿੰਦਰ ਸਿੰਘ ਵਰਗੇ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਨੌਜਵਾਨ ਨੇ ਇੱਥੋਂ ਦੇ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਹੈ, ਵਿਦਇਨ 12 ਆਵਰਸ, ਮੈਨੂੰ ਯਾਦ ਹੈ ਅਸੀਂ ਲਾਈਵ ਕਵਰੇਜ ਕਰ ਰਹੇ ਸੀ ਉਸ ਵੇਲੇ, ਵਿਦਇਨ 12 ਆਵਰਸ ਇੰਪਲੀਮੈਂਟ ਹੁੰਦਾ ਉਸੇ ਵੇਲੇ। ਤੇ ਹੁਣ ਉਹੀ ਜਥੇਦਾਰ ਜੇ ਕੈਨੇਡਾ ਦੇ ਵਿੱਚ ਆ ਰਿਹਾ, ਉਹਦਾ ਵਿਰੋਧ ਫਿਰ ਕਿਹੜੀ ਗੱਲ ਹੋ ਰਿਹਾ? ਮਤਲਬ ਬੇਸਿਕਲੀ ਹੈਗਾ ਕਿ SGPC ਦਾ ਤੇ ਅਕਾਲ ਤਖਤ ਦਾ ਇਹਨਾਂ ਨੂੰ ਵਿਰੋਧ ਕਰਦੇ ਆ ਕਈ ਸਾਲ ਹੋ ਗਏ ਨੇ। ਓਕੇ। ਤੇ ਮਤਲਬ ਦੋ ਹੀ ਸਾਡੀਆਂ ਸੁਪਰੀਮ ਅਥਾਰਟੀਜ਼ ਨੇ, ਤੇ SGPC ਹੈਗੀ ਹੈ। ਹੁਣ ਇਸ ਵਕਤ SGPC ਦੀ ਜਿਹੜੀ ਮੁਖਾਲਫਤ ਕਰਦੇ ਸੀ ਪੰਥਕ, ਉਹ ਸਾਰੇ ਨਾਲ ਰਲੇ ਹੋਏ ਨੇ। ਹੁਣ ਉੱਥੇ ਇਲੈਕਸ਼ਨ ਹੋਣੀ ਹੈ 2-3 ਦਿਨਾਂ ਨੂੰ ਸੰਗਰੂਰ। ਆਹੋ, ਸੰਗਰੂਰ ਦੀ ਗੱਲ ਕਰ ਰਹੇ ਸੀ। ਆਹੋ ਜੀ। ਤੇ ਉੱਥੇ ਉਹ ਸਾਰੇ ਇਸ ਵਕਤ ਇਕੱਠੇ ਨੇ। ਨਹੀਂ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਹੜਾ ਸਰਦਾਰ ਰਾਜੋਆਣਾ ਹੈ, ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਹੈ, ਰਾਜੋਆਣਾ ਦੇ ਸਬੰਧ ਦੇ ਵਿੱਚ ਤਾਂ ਬੜੇ ਵੱਡੇ ਮੁਜ਼ਾਹਰੇ ਇਹੀ ਲੋਕ ਕਰਦੇ ਰਹੇ ਨੇ। ਅੱਜ ਉਹਦੀ ਭੈਣ ਦੀ ਹਮਾਇਤ ਦੇ ਵਿੱਚ ਨੇ ਜਾਂ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦੇ ਵਿੱਚ ਨੇ? ਤੁਹਾਨੂੰ ਕਿਵੇਂ ਲੱਗ ਰਿਹਾ? ਮਤਲਬ ਮੈਨੂੰ ਤਾਂ ਜੋ ਮੈਨੂੰ ਉੱਥੇ ਦੀ ਫੀਲਿੰਗ ਸੀਗੀ ਵੀ ਸਾਰੇ ਹੀ ਉੱਥੇ ਸਿਮਰਨਜੀਤ ਸਿੰਘ ਸਾਰੇ ਇਕੱਠੇ ਨੇ ਇਸ ਵਕਤ, ਕਿਉਂਕਿ ਉਹਨਾਂ ਨੇ ਕਾਨਫਰੰਸ ਕਾਲ ਕੀਤੀ ਸੀਗੀ ਅੰਮ੍ਰਿਤਸਰ ਦੇ ਵਿੱਚ ਜੀ। ਉਹ ਮੈਂ ਮਤਲਬ ਪੜ੍ਹੀ ਸੀਗੀ, ਤੇ ਉੱਥੇ ਉਹਨਾਂ ਨੇ ਸਾਰੇ ਬੰਦੇ ਹੀ ਬੋਲੇ, ਤੇ ਸੁਖਬੀਰ ਵੀ ਸੀਗਾ ਉੱਥੇ, ਤੇ ਸਰਨਾ ਸਾਹਿਬ ਵੀ ਸੀਗੇ, ਤੇ ਉਹ ਮਾਨ ਸਾਹਿਬ ਵੀ ਸੀਗੇ, ਤੇ ਸਾਰੇ ਮਤਲਬ ਸਾਰਿਆਂ ਦੇ ਉੱਥੇ ਇਕੱਠੇ ਹੋਈ ਹੈ। ਇਹਨਾਂ ਨੇ 9 ਬੰਦਿਆਂ ਦੀ ਕਮੇਟੀ ਬਣਾਈ ਹੈ, ਇਫ ਆਈ ਰਿਮੈਂਬਰ ਕਰੈਕਟਲੀ। ਤੇ ਉਹਦੇ ਚ ਮਾਨ ਸਾਹਿਬ ਨੇ, ਉਹਦੇ ਚ ਸੁਖਬੀਰ ਹੈ, ਉਹਦੇ ਚ ਦਾਦੋਵਾਲ ਹੈ, ਸਰਨਾ ਹੈ, ਜੀਕੇ ਹੈ, ਅਵਤਾਰ ਸਿੰਘ ਹਿੱਤੇ ਹੈ, ਸਾਰੇ ਬੰਦੇ ਸਾਰੇ ਇਕੱਠੇ ਹੈਗੇ ਨੇ। ਮਤਲਬ ਇਟ ਨੈਵਰ ਬੀਨ ਸੋ ਮਚ ਟੁਗੇਦਰ ਆਲ ਦ ਸਿਕਸ ਦੈਨ ਨਾਓ। ਮਤਲਬ ਨਾਓ ਇਟਸ ਦ ਬੈਸਟ। ਨਹੀਂ, ਜੇ ਉਹ ਇੰਨੇ ਬਖੇੜੇ ਹੋਣ ਦੇ ਬਾਵਜੂਦ ਉਹ ਇਕੱਠੇ ਹੋ ਸਕਦੇ ਆ, ਸਾਡੇ 'ਚ ਮੁਸ਼ਕਿਲ ਕਿੱਥੇ ਨਜ਼ਰ ਆ ਰਹੀ ਹੈ? ਮੁਸ਼ਕਿਲ ਸਾਡੀ ਕੋਈ ਹੈ ਹੀ ਨਹੀਂ ਗੀ। ਅਸੀਂ ਸਿਰਫ ਆਪਣਾ ਕੰਮ ਜੇ ਕਰੀਏ, ਵੰਡ ਕੇ ਕੰਮ ਕਰ ਲਈਏ, ਸਾਡਾ ਬੱਚੇ ਪੜ੍ਹਾਉਣ ਦਾ ਕੰਮ ਹੈਗਾ। ਜੇ ਫਰਜ਼ ਕਰੋ ਉਹ ਨਹੀਂ ਲਾਈਕ ਕਰਦੇ ਜਥੇਦਾਰ ਨੂੰ, ਤੇ ਦੇ ਡੋਂਟ ਹੈਵ ਟੂ ਯੈਲ ਐਟ ਹਿਮ। ਓਕੇ। ਉੱਥੇ ਖਾਲਸਾ ਸਕੂਲ ਆਉਣ ਦਿਓ, ਸਾਡੇ ਕੋਲ 2500 ਬੱਚਾ ਹੈਗਾ। ਅਸੀਂ ਬੱਚਿਆਂ ਨੂੰ ਦੱਸਣਾ ਵੀ ਇਹ ਜਥੇਦਾਰ ਹੈਗਾ। ਅਸੀਂ ਬੱਚਿਆਂ ਨੂੰ ਫੋਟੋ ਬਣਾ ਕੇ ਕੁਝ ਕਰਕੇ ਤੇ ਉਹਨਾਂ ਨੂੰ ਐਜੂਕੇਟ ਕਰਾਂਗੇ ਅਕਾਲ ਤਖਤ ਬਾਰੇ। ਉਹਨਾਂ ਦਾ ਕੀ ਨੁਕਸਾਨ ਕੀ ਹੋ ਜਾਏਗਾ? ਵੀ ਕੋਈ ਨੁਕਸਾਨ ਨਹੀਂ ਨਾ ਹੋਣਾ ਗੁਰੂ ਨਾਨਕ ਟੈਂਪਲ ਦਾ ਜਾਂ ਦਸ਼ਮੇਸ਼ ਦਰਬਾਰ ਦਾ। ਫਿਰ ਮੈਂ ਧਾਮੀ ਸਾਹਿਬ ਨੂੰ ਬੇਨਤੀ ਕੀਤੀ ਆ ਕੇ
ਓਕੇ, ਮਨਜੀਤ ਸਿੰਘ ਧਾਮੀ, ਮਨਜੀਤ ਸਿੰਘ ਧਾਮੀ ਨੂੰ, ਜਿਹੜੇ ਗੁਰਦੁਆਰਾ ਸਾਹਿਬ ਦੇ ਕਾਫੀ ਚਿਰ ਸਕੱਤਰ ਰਹੇ। ਉਹ ਪੰਜਾਂ ਦੇ ਵਿੱਚ ਇਸ ਵਕਤ ਹੈਗਾ। ਓਕੇ, ਠੀਕ ਹੈ। ਮੈਂ ਕਿਹਾ ਵੀ ਉੱਥੇ ਆਣਾ ਹੈਗਾ, ਜਥੇਦਾਰ ਨੇ, ਤੁਸੀਂ ਚਾਹੋ ਤੇ ਤੁਹਾਡੇ ਗੁਰਦੁਆਰੇ ਬੁਲਾ ਲਾਂਗੇ। ਕੀ ਕਹਿੰਦੇ? ਉਹਨੇ ਨਾ ਹਾਂ ਕੀਤੀ ਨਾ ਕੀਤੀ, ਕੁਛ ਹਾਂ ਕੀਤੀ ਨੇ ਉਹਨੇ। ਨਾ ਕਿਤੇ ਇਹ ਤਾਂ ਨਹੀਂ ਵੀ ਜਥੇਦਾਰਾਂ ਦੇ ਉੱਤੇ ਕਬਜ਼ਾ ਤੁਸੀਂ ਕਰਕੇ ਬੈਠੇ ਹੋ ਅਗਲੇ, ਕਿਉਂਕਿ ਜਥੇਦਾਰ ਤਾਂ ਸਾਂਝਾ ਹੈ। ਅਸੀਂ ਤੇ ਬਿਲਕੁਲ ਜਥੇਦਾਰ ਸਾਹਿਬ ਨੂੰ ਉੱਥੇ ਵੀ ਅੰਮ੍ਰਿਤਸਰ ਵੀ ਗੱਲ ਹੋਈ ਸੀਗੀ ਵੀ ਜਿਹੜਾ ਤੁਹਾਨੂੰ ਬੁਲਾਵੇ ਤੁਸੀਂ ਜਾਓ, ਜੇ ਉਹ ਕਹਿਣ ਵੀ ਮੈਂ ਰਾਈਟ ਦੇਵਾਂ ਤੇ ਮੈਂ ਰਾਈਟ ਦੇ ਦਾਂਗਾ। ਫਿਰ ਉਹਨੂੰ ਕਹਿੰਦੇ ਵੀ ਤੂੰ ਮਲਕ ਕੋਲ ਠਹਿਰਨਾ ਹੈ, ਤੇ ਅੰਡਰਸਟੂਡ ਹੀ ਗੱਲਾਂ ਨੇ ਵੀ ਜਿਹਨੂੰ ਇਨਵਾਈਟ ਮੈਂ ਕੀਤਾ ਹੈਗਾ ਤੇ ਉਹਦਾ ਠਹਿਰਨ ਦਾ, ਰਾਈਟ ਦਾ, ਖਾਣ ਪੀਣ ਦਾ ਪ੍ਰਬੰਧ ਮੈਂ ਕਰਾਂਗਾ। ਖਾਲਸਾ ਸਕੂਲ ਵੱਲੋਂ ਕਰਾਂਗੇ, ਚਾਹੇ ਅਸੀਂ ਹੋਟਲ 'ਚ ਠਹਿਰਾਈਏ, ਚਾਹੇ ਕਿਸੇ ਘਰ ਠਹਿਰਾਈਏ, ਸਾਡੀ ਇਹ ਹੈਗੀ ਹੈ ਇਹ ਜ਼ਿੰਮੇਵਾਰੀ। ਤੇ ਸੋ ਇਹ ਸੋਚਣਾ, ਇਹ ਕਹਿਣਾ ਵੀ ਜਦੋਂ ਅਸੀਂ ਦੱਸ ਹੀ ਦਿੱਤਾ ਵੀ ਅਸੀਂ ਇਨਵਾਈਟ ਕੀਤਾ ਧਾਮੀ ਸਾਹਿਬ ਨੂੰ ਵੀ ਸਾਡੇ ਬੰਦੇ ਤੇ ਆ ਰਹੇ ਨੇ, ਇਹ ਗੱਲਾਂ ਤੇ ਬੱਚਿਆਂ ਵਾਲੀਆਂ ਨੇ ਵੀ ਠਹਿਰਨਾ ਕਿੱਥੇ ਉਹਨੇ। ਨਹੀਂ, ਸੱਦਾ ਤੁਸੀਂ ਸਰਦਾਰ ਰਿਪਦਮਨ ਸਿੰਘ ਮਲਕ ਦੇ ਰਹੇ ਨੇ। ਮਲਕ ਸਾਹਿਬ ਦੇ ਮਨ ਦੇ ਵਿੱਚ ਕਿਤੇ ਇਹ ਲਾਲਚ ਤਾਂ ਨਹੀਂ ਕਿ ਮੈਂ ਜਥੇਦਾਰ ਸਾਹਿਬ ਆਉਣਗੇ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਦਾ ਕੰਮ ਹੈ ਜਿਹੜਾ ਮੈਂ ਉਹਨਾਂ ਤੋਂ ਕਰਵਾ ਲੂੰਗਾ, ਪਲੱਸ ਜਿਹੜਾ ਖਾਲਸਾ ਕਾਲਜ ਪਤਾ ਲੱਗਾ ਹੈ ਕਿ ਬੜਾ ਵਧੀਆ ਕਾਰਜ ਤੁਸੀਂ ਕਰ ਰਹੇ ਹੋ ਕਿ ਇੱਕ ਖਾਲਸਾ ਕਾਲਜ, ਸਰਦਾਰ ਗਿਆਨ ਸਿੰਘ ਸੰਧੂ ਵੀ ਪਿਛਲੇ ਦਿਨੀ ਆਏ ਸੀ, ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਕਿ ਉਹ ਇੱਕ ਬੜੀ ਵਧੀਆ ਯੂਨੀਵਰਸਿਟੀ ਸਥਾਪਿਤ ਕਰ ਰਹੇ ਨੇ ਆਨਲਾਈਨ। ਮੈਂ ਕਹਿੰਦਾ ਬੜੇ ਵਧੀਆ ਉਪਰਾਲੇ ਨੇ, ਪ੍ਰਸ਼ੰਸਾ ਕਰਨੀ ਚਾਹੀਦੀ ਹੈ ਸਾਨੂੰ। ਜੇ ਖਾਲਸਾ ਕਾਲਜ ਸਾਡੇ ਆਪਣਾ ਖੁੱਲ ਰਿਹਾ ਹੈ ਪਹਿਲੀ ਵਾਰੀ ਇਤਿਹਾਸ ਦੇ ਵਿੱਚ, ਤੇ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਫਿਰ ਕੀ ਮਾੜੀ ਗੱਲ ਹੈ? ਅਸੀਂ ਕਹਿੰਦੇ ਸੀ ਵੀ ਹਾਂ ਜਥੇ ਸਾਹਿਬ ਉਹਨਾਂ ਨੂੰ ਦਿਖਾਈਏ, ਉਸੇ ਉੱਥੇ ਥੋੜ੍ਹਾ ਜਿਹਾ ਲਾਂਚ ਕਰ ਲਈਏ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਕਿਸੇ ਦੇ ਕੋਈ ਅਸੀਂ ਖਿਲਾਫ ਥੋੜ੍ਹੀ ਗੱਲ ਕਰ ਰਹੇ ਸੀ, ਅਸੀਂ ਤਾਂ ਸਿਰਫ ਪੰਥਕ ਫਾਇਦੇ ਦੀ ਗੱਲ ਕਰ ਰਹੇ ਹੈਗੇ ਹਾਂ। ਕਿਤੇ ਇਹ ਤਾਂ ਨਹੀਂ ਮਲਕ ਸਾਹਿਬ, ਮੇਰੇ ਦਿਮਾਗ 'ਚ ਇਹ ਗੱਲ ਆਈ ਜਾਂਦੀ ਹੈ ਕਿ ਤੁਸੀਂ ਰੀਸੈਂਟਲੀ, ਕਿਉਂਕਿ ਲਗਾਤਾਰ 25 ਵਰੇ ਤੁਸੀਂ ਭਾਰਤ ਨਹੀਂ ਜਾ ਸਕੇ, ਜਿਹੜਾ ਪਹਿਲਾਂ ਕੇਸ ਚੱਲਦੇ ਰਹੇ, ਬੜਾ ਕੁਝ ਹੋਇਆ, ਮੈਂ ਉਧਰ ਪਿਛਲੇ ਪਾਸੇ ਨਹੀਂ ਜਾਣਾ ਚਾਹੁੰਦਾ। ਇੱਕਦਮ ਅਚਨਚੇਤ ਭਾਰਤ ਸਰਕਾਰ ਤੁਹਾਨੂੰ ਵੀਜ਼ਾ ਦੇ ਦਿੰਦੀ ਹੈ, ਹੋਰ ਜਿਹੜੇ ਲੋੜੀਂਦੇ ਕੁਝ ਵਿਅਕਤੀ ਸਨ ਉਹ ਵੀ ਜਾ ਕੇ ਆਏ ਸਾਰੇ। ਕਿਤੇ ਇਹ ਤਾਂ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਭਾਰਤ ਸਰਕਾਰ ਦੇ ਨਾਲ ਮਿਲ ਕੇ ਕਿਤੇ ਸਿੱਖੀ ਦਾ ਤੁਸੀਂ ਨੁਕਸਾਨ ਕਰ ਰਹੇ ਹੋ? ਤੁਹਾਨੂੰ ਕਿਵੇਂ ਲੱਗਦਾ ਹੈ? ਨਹੀਂ, ਮਤਲਬ ਭਾਰਤ ਸਰਕਾਰ ਨਾਲ ਤਾਂ ਸਾਡਾ ਕੋਈ ਸੰਬੰਧ ਹੀ ਨਹੀਂ ਹੈਗਾ। ਜਿੰਨੇ ਵੀ ਮਿਲੇ ਆ ਉੱਥੇ ਅਸੀਂ ਪੰਥਕ ਨੂੰ ਮਿਲੇ ਹੈਗੇ ਹਾਂ। ਤੇ ਇਹ ਤੇ ਮਤਲਬ ਸੋਚਦੇ ਨੇ ਵੀ ਸਾਡੀ ਇੱਥੇ ਜੇ ਅਸੀਂ ਜਦੋਂ ਇੱਥੇ ਆਣ ਤੇ ਕੋਈ ਚੰਗਾ ਚੀਜ਼ ਮਤਲਬ ਹੋਣ ਨਹੀਂ ਦੇਣਾ ਚਾਹੁੰਦੇ, ਉਹ ਐਜੂਕੇਸ਼ਨਲ ਚੀਜ਼ਾਂ ਹੋਣ ਨਹੀਂ ਦੇਣਾ ਚਾਹੁੰਦੇ, ਭਾਵੇਂ ਆਪ ਸਿਆਣੇ ਹੋਣਗੇ, ਪਰ ਕੋਈ ਪ੍ਰੋਬਲਮ ਹੈਗੀ ਹੈ ਉਹਨਾਂ ਦੇ, ਕੋਈ ਏਜੰਸੀ ਦੇ ਅਧੀਨ ਨੇ, ਕੁਛ ਹੈਗਾ, ਮੈਨੂੰ ਨਹੀਂ ਪਤਾ ਵੀ ਕੀ ਹੈਗਾ। ਪਰ ਮਤਲਬ ਇਹ ਚੀਜ਼ਾਂ ਦਾ ਜਥੇਦਾਰ ਦਾ ਇੱਥੇ ਆਉਣ ਦਾ, ਇੱਥੇ ਕੋਈ ਆਵੇ, ਆ ਕੇ ਕਿਸੇ ਗੁਰਦੁਆਰੇ ਚਲਾ ਜਾਵੇ, ਦੂਜੇ ਗੁਰਦੁਆਰੇ ਵਾਲੇ ਨਹੀਂ ਬੁਲਾਉਂਦੇ ਤੇ ਨਾ ਬੁਲਾਉਣ ਉਹਨੂੰ। ਤੁਸੀਂ ਕਹਿ ਰਹੇ ਹੋ ਕਿ ਉਹ ਏਜੰਸੀ ਦੇ ਅਧੀਨ ਨੇ, ਉਹ ਕਹਿ ਰਹੇ ਨੇ ਵੀ ਤੁਸੀਂ ਏਜੰਸੀਆਂ ਦੇ ਅਧੀਨ ਹੋ, ਜਿਹਦੇ ਕਰਕੇ ਤੁਸੀਂ ਆਪਣੀ ਮਰਜ਼ੀ ਨਾਲ ਭਾਰਤ ਗਏ ਹੋ। ਤੁਹਾਨੂੰ ਬਕਾਇਦਾ ਏਜੰਸੀਆਂ ਵਾਲੇ ਨਾਲ ਚੁੱਕੀ ਫਿਰਦੇ ਰਹੇ ਨੇ, ਸਾਨੂੰ ਕੋਈ ਅੰਦਰ ਜਾਣ ਨਹੀਂ ਦਿੰਦਾ, ਜਿਹੜਾ ਦੋਸ਼ ਤੁਹਾਡੇ ਤੇ ਲਾਉਂਦੇ ਆ। ਸਾਰੇ ਅਸੀਂ ਤਾਂ ਕਿਤੇ ਗਏ ਹੀ ਨਹੀਂ ਹੈਗੇ ਉੱਥੇ, ਸਵਾਏ ਧਾਮੀ ਸਾਹਿਬ ਦੇ ਦਫ਼ਤਰ ਗਏ ਆ, ਉੱਥੇ 30 ਬੰਦੇ ਬੈਠੇ ਸੀਗੇ, 25 ਬੰਦੇ ਬੈਠੇ ਸੀਗੇ। ਸਰਨਾ ਸਾਹਿਬ ਦੇ ਘਰ ਗਏ ਆ, ਉੱਥੇ 50 ਬੰਦੇ ਬੈਠੇ ਸੀਗੇ। ਅੱਛਾ ਜੀ। ਸੋ ਅਸੀਂ ਤੇ ਜਿੱਥੇ ਵੀ ਜਾਂਦੇ ਆ ਉੱਥੇ ਐਵਰੀਬਾਡੀ ਇਜ਼ ਵੈਲਕਮ, ਓਪਨ ਗੱਲਾਂ ਕਰਦੇ ਆ। ਜੇ ਉਹ ਜਥੇਦਾਰ ਨੂੰ ਇਨਵਾਈਟ ਕੀਤਾ ਤੇ ਉਹ ਵੀ ਓਪਨ ਹੈਗਾ ਵੀ, ਤੇ ਜੇ ਉੱਥੇ ਆਪਣਾ ਉੱਥੇ ਉਹਨਾਂ ਦੀ ਯੂਨਿਟੀ ਹੈਗੀ ਹੈ ਦਿੱਲੀ ਵਾਲਿਆਂ ਦੀ, ਤੇ ਉਹਨਾਂ ਨੂੰ ਤਾਂ ਉਹਨਾਂ ਦਾ ਕੀਤਾ ਹੈਗਾ, ਉਹਨਾਂ ਵਧਾਈ ਦਿੱਤੀ ਹੈ ਵੀ ਤੁਹਾਡੀ ਬੜੀ ਚੰਗੀ ਗੱਲ ਹੈਗੀ ਹੈ, ਇਸ ਵਾਰ ਉੱਥੇ ਯੂਨਿਟੀ ਹੈਗੀ ਹੈ। ਸੋ ਇਹ ਨਾ ਵੀ ਕਿਹੜਾ ਬੰਦਾ ਕੀ ਕਰਦਾ ਇਹ ਤੇ ਉਸ ਬੰਦੇ ਨੂੰ ਹੀ ਪਤਾ ਹੈਗਾ। ਪਰ ਨੁਕਸਾਨ ਕਾਹਦੇ 'ਚ ਆਪਣਾ ਹੈਗਾ ਜੀ, ਇਹ ਸਾਨੂੰ ਸੋਚਣਾ ਚਾਹੀਦਾ ਵੀ ਸਾਡਾ ਫਾਇਦਾ ਕਾਹਦੇ 'ਚ, ਨੁਕਸਾਨ ਕਾਹਦੇ 'ਚ। ਸਾਡਾ ਜਥੇਦਾਰ ਇੱਥੇ ਆਉਣ ਦਾ ਕੋਈ ਨੁਕਸਾਨ ਨਹੀਂ ਸੀਗਾ। ਸਾਡਾ ਨੁਕਸਾਨ ਕੋਈ ਨਹੀਂ ਸੀ। ਅਸੀਂ ਰੋਜ਼ ਗੁਰਬਾਣੀ 'ਚ ਪੜ੍ਹੀ ਜਾਂਦੇ ਹਾਂ, ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਕਦੇ ਅਸੀਂ ਸਫਾ ਵਿਛਾ ਕੇ ਬੈਠਾਂਗੇ ਕਿ ਇੱਕ ਦੂਜੇ ਵੱਲ ਤਲਵਾਰਾਂ ਹੀ ਖਿੱਚ ਕੇ ਰੱਖਾਂਗੇ ਹਮੇਸ਼ਾ ਕਿ ਨਹੀਂ ਜੀ ਤੂੰ ਸਰਕਾਰੀ ਹੈ, ਤੁਸੀਂ ਕਹੇ ਜੀ ਉਹ ਸਰਕਾਰੀ ਹੈ? ਗੁਰੂ ਦਾ ਕੌਣ ਹੈ? ਠੀਕ ਹੈ, ਪ੍ਰੋਬਲਮ ਤਾਂ ਇਹ ਆ ਰਹੀ ਹੈ। ਨਹੀਂ, ਗੁਰੂ ਦਾ ਤੇ ਉਹੀ ਹੋਈ ਹੈ ਨਾ ਵੀ ਜਿਹੜਾ ਐਂਡ ਆਫ ਦਾ ਡੇ ਸੰਗਤ ਨੂੰ ਇਹ ਸੋਚਣਾ ਹੈ ਵੀ ਫਾਇਦਾ ਕਾਹਦੇ 'ਚ ਹੈਗਾ ਸਿੱਖ ਕੌਮ ਦਾ। ਇਹ ਨਹੀਂ ਗਾ ਬੋਲਦੇ ਕੀ ਨੇ, ਸੰਗਤ ਸਾਰੀ ਸਿਆਣੀ ਹੈਗੀ ਹੈ, ਕੋਈ ਵੀ ਜਿਹੜਾ ਨਾ ਸਿੰਪਲ ਅਨਪੜ੍ਹ ਬੰਦੇ ਵੀ ਬੜੇ ਸਿਆਣੇ ਨੇ। ਅਸੀਂ ਪੰਥ ਦੀ ਸੇਵਾ ਕਰਨੀ ਹੈ, ਅਸੀਂ ਜਥੇਦਾਰ ਇੱਥੇ ਆ ਜਾਂਦਾ, ਸਾਡੇ ਬੱਚਿਆਂ ਨੂੰ ਮਿਲ ਜਾਂਦਾ, ਅਸੀਂ ਉਹਨੂੰ
ਕਿਤੇ ਲੈ ਜਾਂਦੇ, ਕੁਝ ਗੁਰਦੁਆਰਿਆਂ 'ਚ, ਕੁਝ ਗੁਰਦੁਆਰੇ ਨਾ ਬੁਲਾਉਂਦੇ ਉਹਨੂੰ। ਉਹਨਾਂ ਗੁਰਦੁਆਰਿਆਂ ਦਾ ਨੁਕਸਾਨ ਕੋਈ ਨਹੀਂ ਸੀਗਾ। ਮਤਲਬ ਮੈਂ ਚਾਹੁੰਦਾ ਵੀ ਸੰਗਤ ਡਿਸਾਈਡ ਕਰੇ ਵੀ ਸਾਡੇ ਫਾਇਦੇ 'ਚ ਕਿਹੜੀ ਚੀਜ਼ ਹੈਗੀ। ਓਕੇ। ਇੱਥੇ ਪੋਪ ਆਵੇ, ਉਹਨੇ ਸਾਰੇ ਗੁਰਦੁਆਰੇ ਸਾਰੇ ਜਿਹੜੇ ਗਰਜਿਤ ਜਾ ਸਕਦਾ ਨਾ, ਕੁਛ ਹੀ ਜਾ ਸਕਦਾ ਹੁੰਦਾ ਤੇ ਕੁਛ ਨਾ ਕਰਨ, ਪਰ ਉੱਥੇ ਕੋਈ ਏਦਾਂ ਮਤਲਬ ਇਸ ਤਰ੍ਹਾਂ ਵਿਰੋਧ ਕਰਨਾ, ਉਹਦੇ ਲਈ ਤਾਂ ਰੈੱਡ ਕਾਰਪਟ ਵਿਛਦਾ ਏਅਰਪੋਰਟ ਤੇ। ਇਹ ਮਾੜੀ ਗੱਲ ਹੈਗੀ। ਇਹ ਵਿਰੋਧ ਕਰਦੇ ਨੇ, ਇਹ ਮਾੜੀ ਗੱਲ ਹੈ। ਸੋ ਇਹਨਾਂ ਨੂੰ ਚਾਹੀਦਾ ਸੀਗਾ ਵੀ ਇਹ ਕਹਿੰਦੇ ਚਲੋ ਅਸੀਂ ਤੁਹਾਡੇ ਨਾਲ ਏਅਰਪੋਰਟ ਤੇ ਜਾਓ, ਅਸੀਂ ਨਾਲ ਲੈ ਜਾਣੇ। ਜੇ ਧਾਮੀ ਸਾਹਿਬ ਨੂੰ ਖੁਦ ਦੱਸਿਆ ਸੀ। ਮਲਕ ਸਾਹਿਬ ਦੇਖੋ, ਜੇ ਵਿਰੋਧ ਕਰਦੇ ਨੇ, ਮੈਂ ਹੁਣੇ ਗੁਰਬਾਣੀ ਦੀ ਇੱਕ ਤੁਕ ਬੋਲ ਕੇ ਹਟੇ ਹਾਂ, ਕੀ ਤੁਸੀਂ ਉਹਨਾਂ ਨੂੰ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਵਿਰੋਧ ਕਰਨਾ ਚਾਹੁੰਦੀਆਂ ਤੁਸੀਂ ਉਹਨਾਂ ਨਾਲ ਬੈਠ ਕੇ ਕੋਈ ਵੀ ਮਸਲਾ ਹੈ, ਹੁਣ ਤੁਹਾਡੇ ਸਾਹਮਣੇ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲਬਾਤ, ਜਦੋਂ ਤੁਸੀਂ ਗਏ ਹੋ ਤੁਸੀਂ ਉਹਨਾਂ ਨੂੰ ਗੱਲਬਾਤ ਕੀਤੀ ਕਿ ਬਾਕੀ ਜਿਹੜੇ ਗੁਰਦੁਆਰੇ ਨੇ ਸਾਡੇ ਬੜੀ ਵੱਡੀ ਤਾਦਾਦ ਦੇ ਵਿੱਚ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾ ਰਹੇ ਨੇ। ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੇ 2003 ਤੋਂ ਲੈ ਕੇ 2010 ਤੱਕ ਲਗਾਤਾਰ ਇਹ ਕੈਲੰਡਰ ਜਾਰੀ ਰਿਹਾ। ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਵੇਲੇ RSS ਤੇ ਆਪ ਇਕੱਠੇ ਹੋ ਕੇ ਇਹ ਕੰਮ ਕਰ ਰਹੇ ਨੇ, ਤੇ ਇਹ ਗੱਲ ਰੁਲਦਾ ਸਿੰਘ ਨੇ ਬਕਾਇਦਾ ਅਕਾਲ ਤਖਤ ਤੇ ਆ ਕੇ ਕਹੀ ਸੀ। ਜਿਹੜੇ ਵੇਦਾਂਤੀ ਸਾਹਿਬ ਦੇ PA ਸੀ, ਉਹਨਾਂ ਨੇ ਮੇਰੇ ਨਾਲ ਏਅਰ ਤੇ ਆ ਕੇ ਗੱਲ ਮੰਨੀ ਕਿ ਸਾਨੂੰ ਰੋਕਿਆ ਗਿਆ ਕਿ ਤੁਸੀਂ ਆਪਣਾ ਕੈਲੰਡਰ ਨਹੀਂ ਲਾਗੂ ਕਰ ਸਕਦੇ। ਮੈਂ ਕਿਹਾ ਵੀ ਨਹੀਂ, ਅਸੀਂ ਕਰਾਂਗੇ। ਦੂਜੇ ਦਿਨ ਉਹਨੂੰ ਕਸ਼ਹਿਰਾ ਪਰਦਾ ਚੁੱਕ ਕੇ ਤੋੜ ਦਿੱਤਾ, ਵੇਦਾਂਤੀ ਸਾਹਿਬ ਨੂੰ ਛੁੱਟੀ ਕਰਵਾ ਦਿੱਤੀ। ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਇਹ ਚਾਹੁੰਦੇ ਹੋਣ ਕਿ ਜਥੇਦਾਰ ਸਾਹਿਬ ਬਹਿ ਕੇ ਅਸੀਂ ਜਿਹੜਾ ਸਿੱਖ ਇਤਿਹਾਸ ਸਾਡਾ ਵਿਗਾੜਿਆ ਗਿਆ, ਸਾਡੇ ਰਾਈਟਰਾਂ ਨੇ ਵਿਗਾੜਿਆ, ਪਲੱਸ ਸਾਡਾ ਆਪਣਾ ਇੱਕ ਕੈਲੰਡਰ ਹੋਵੇ, ਅਸੀਂ ਬਹਿ ਕੇ ਗੱਲ ਕਰਨੀ ਚਾਹੀਏ। ਮੇਰਾ ਖਿਆਲ ਇਹਦੇ ਕੋਈ ਇਤਰਾਜ਼ ਨਹੀਂ। ਪ੍ਰਿੰਟਿੰਗ ਦੀ ਗੱਲਬਾਤ ਹੈ, ਪ੍ਰਿੰਟਿੰਗ ਅਸੀਂ ਕਿਉਂ ਨਹੀਂ ਕਰ ਸਕਦੇ ਇੱਥੇ? ਕਿਉਂ ਨਹੀਂ ਅਸੀਂ ਅਲੱਗ-ਅਲੱਗ ਜ਼ੋਨ ਬਣਾ ਸਕਦੇ? ਅਸੀਂ ਤੇ ਉਹਨਾਂ ਨੂੰ ਕਿਹਾ ਹੈਗਾ ਵੀ ਤੁਸੀਂ ਕਰੋ, ਜਿਹਨੂੰ ਮਰਜ਼ੀ ਦਿਓ। ਮਤਲਬ ਬੇਸਿਕਲੀ ਹੈਗਾ ਕਿ ਪੰਥ ਨੂੰ ਇਸ ਵਕਤ ਯੂਨਾਈਟਿਡ ਹੈਗਾ, ਕੁਝ ਡਿਫੀਕਲਟ ਡਿਸੀਜ਼ਨ ਲੈਣੇ ਪੈਣੇ ਨੇ। ਡਿਫੀਕਲਟ ਡਿਸੀਜ਼ਨ ਉੱਥੇ ਇਸ ਵਕਤ, ਪਰ ਯੂਨਾਈਟਿਡ ਵੀ ਸਾਰੇ ਹੈਗੇ ਨੇ। ਡਿਫੀਕਲਟ ਇਹ ਤੇ ਨਾ ਵੀ ਵੱਡੇ ਲੈਵਲ ਤੇ ਉਹਨਾਂ ਦੀਆਂ ਗੱਲਾਂ ਨੇ। ਅਸੀਂ ਤਾਂ ਆਊਟ ਹੋ ਗਏ ਇਹਦੇ 'ਚੋਂ। ਅਸੀਂ ਤੇ ਇੱਥੇ ਤੱਕ ਸੀਗਾ ਸਾਡਾ ਸਿਮਤ ਵੀ ਤੁਸੀਂ ਆਓ, ਸਕੂਲ ਦੇਖੋ, ਉੱਥੇ ਤੁਸੀਂ ਐਜੂਕੇਸ਼ਨ ਇੰਪਰੂਵ ਕਰੋ ਪੰਜਾਬ ਦੇ ਵਿੱਚ। ਅਸੀਂ ਤੁਹਾਨੂੰ ਆਪਣਾ ਕਰਿਕੂਲਮ ਦਿਖਾਈਏ, ਤੁਹਾਨੂੰ ਦੱਸੀਏ ਵੀ ਅਸੀਂ ਕੈਨੇਡਾ 'ਚ ਕਿਵੇਂ ਸਿੱਖ ਧਰਮ ਪੜ੍ਹਾਉਂਦੇ ਹਾਂ। ਸਾਡਾ ਸਿਰਫ ਉੱਥੇ ਤੱਕ ਸੀਮਤ ਸੀਗਾ। ਜਿਹੜੀਆਂ ਵੱਡੀਆਂ ਗੱਲਾਂ ਨੇ ਵੀ ਕੈਲੰਡਰ, ਗੁਰੂ ਗ੍ਰੰਥ ਸਾਹਿਬ, ਉੱਥੇ ਅਸੀਂ ਉਹਨਾਂ ਨਾਲ ਬਹਿਸ ਕੀਤੀ ਨਹੀਂ। ਅਸੀਂ ਕਿਹਾ ਜਿਹਨੂੰ ਮਰਜ਼ੀ ਦੇ ਸਹਿਮਤ ਹੈਗੇ ਹਾਂ। ਓਕੇ। ਮਤਲਬ ਸਾਡਾ ਸਮਾਲ ਲੈਵਲ ਤੇ ਪ੍ਰਚਾਰ ਹੈਗਾ। ਅਸੀਂ ਸਮਾਲ ਲੈਵਲ ਤੇ ਹੀ ਰਹਿਣਾ ਚਾਹੁੰਦੇ ਹਾਂ। ਐਜੂਕੇਸ਼ਨ ਲੈਵਲ ਤੇ ਉਹ ਜਥੇਦਾਰ ਕੀ ਕਰਨਗੇ, ਮੈਨੂੰ ਸਿਆਣੇ ਲੱਗਦੇ ਨੇ ਜਥੇਦਾਰ ਸਾਹਿਬ, ਮੈਨੂੰ ਧਾਮੀ ਸਾਹਿਬ ਵੀ ਬੜੇ ਸਿਆਣੇ ਲੱਗੇ ਨੇ, ਤੇ ਮੈਂ ਜਿੰਨਾ ਚਿਰ ਉਹਨਾਂ ਕੋਲ ਬੈਠਾ ਹੈਗਾ ਮੈਨੂੰ ਦੋਨੋਂ ਸਿਆਣੇ ਲੱਗੇ ਨੇ। ਸਾਨੂੰ ਉਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ, ਸਾਨੂੰ ਉਹਨਾਂ ਨੂੰ ਇਨਵਾਈਟ ਕਰਨਾ ਚਾਹੀਦਾ। ਉਹ ਆਉਣ ਨਾ ਆਉਣ ਵੱਖਰੀ ਗੱਲ ਹੈ, ਇਨਵਾਈਟ ਕਰਨਾ ਹੀ ਰਿਸਪੈਕਟ ਹੋ ਜਾਂਦੀ ਹੈ। ਜੇ ਬਿਲਕੁਲ ਸਹੀ ਗੱਲ ਹੈ। ਤੁਸੀਂ ਇਹ ਕਿਹਾ ਕਿ ਤੁਸੀਂ ਉਹਨਾਂ ਦੀ ਰਿਸਪੈਕਟ ਕਰਕੇ ਤੁਸੀਂ ਉਹਨਾਂ ਨੂੰ ਇਨਵਾਈਟ ਕੀਤਾ ਕਿ ਤੁਸੀਂ ਆਓ, ਉੱਥੇ ਆ ਕੇ ਬਕਾਇਦਾ ਸਿਸਟਮ ਨੂੰ ਦੇਖੋ ਕਿ ਅਸੀਂ ਕਿਵੇਂ ਤਰੱਕੀਆਂ ਕਰ ਰਹੇ ਹਾਂ। ਮੈਨੂੰ ਯਾਦ ਹੈ ਜਿਸ ਵੇਲੇ ਜਥੇਦਾਰ ਗੁਰਬਚਨ ਸਿੰਘ ਇੱਥੇ ਆਏ ਸਨ, ਤੁਹਾਨੂੰ ਵੀ ਚੇਤਾ ਹੋਏਗਾ, ਉਹਨਾਂ ਦਿਨਾਂ ਦੇ ਵਿੱਚ ਕਿੰਨਾ ਵਿਰੋਧ ਹੋਇਆ ਸੀ। ਬਕਾਇਦਾ ਚਾਰੇ ਪਾਸੇ ਤਲਵਾਰਾਂ ਦੀ ਛਾਂ ਕਰਕੇ ਗੁਰੂ ਨਾਨਕ ਸੇ ਗੁਰਦੁਆਰੇ, ਮੇਰੇ ਖਿਆਲ ਇੱਕ ਐਡੀ ਇੱਕ ਚੌਕੀ ਸੀ ਜਿਹਨੂੰ ਕਹਿੰਦੇ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜਦੋਂ ਲੈ ਕੇ ਜਾਣੇ ਨੇ, ਉਹਦੇ ਵਾਸਤੇ ਉਹਦਾ ਉਦਘਾਟਨ ਕਰਨ ਆਏ ਸੀ। ਮੈਂ ਕਿਹਾ ਵੀ ਇਹ ਕਿਹੜਾ ਕਾਰਪੈਂਟਰੀ ਦਾ ਮਹਾਰ ਹੈ ਜਿਹੜੇ ਜਥੇਦਾਰ ਨੇ ਉਹਦਾ ਉਦਘਾਟਨ ਕਰਨਾ। ਪਰ ਵਿਰੋਧ ਬੜਾ ਵੱਡਾ ਹੋਇਆ। ਵਿਰੋਧ ਇਸ ਕਰਕੇ ਹੋਇਆ ਕਿਉਂਕਿ ਕਿਸੇ ਨਾਲ ਬਹਿ ਕੇ ਗੱਲ ਕਰਨਾ ਨਹੀਂ ਸੀ ਚਾਹੁੰਦੇ। ਜੇ ਜਥੇਦਾਰ ਸਾਹਿਬ ਅਕਾਲ ਤਖਤ ਦੇ ਕਿਸੇ ਨਾਲ ਬਹਿ ਕੇ ਗੱਲ ਕਰਨਾ ਚਾਹੁੰਦੇ ਨੇ, ਕੌਮ ਦੇ ਵਿੱਚ ਜਿਹੜੀ ਪਈ ਹੋਈ ਦੁਬਿਧਾ ਅੱਜ ਦੀ ਨਹੀਂ, ਬੜੇ ਲੰਮੇ ਸਮੇਂ ਤੋਂ ਪਈ ਹੈ। ਪਰ ਇਸ ਜਥੇਦਾਰ ਸਾਹਿਬ ਨੇ ਤੇ ਮੈਨੂੰ ਕਿਹਾ ਸੀ, ਗਿਆਨੀ ਹਰਪ੍ਰੀਤ ਸਿੰਘ ਨੇ, ਵੀ ਸਾਨੂੰ ਜਿਹੜਾ ਬੁਲਾਏਗਾ ਅਸੀਂ ਜਾਵਾਂਗੇ। ਓਕੇ। ਸੋ ਇਹ ਤੇ ਨਾ ਵੀ ਉਹਨੂੰ ਇਨਵਾਈਟ ਕਰਨ, ਉਹ ਨੈਚੁਰਲੀ ਜੇ ਇਨਵਾਈਟ ਕਰਨ ਤੇ ਉਹ ਜਾਣਗੇ ਤੁਹਾਡੇ ਗੁਰਦੁਆਰੇ। ਜੇ ਜਾਣਗੇ ਤੇ ਤੁਸੀਂ ਉਹਨਾਂ ਨਾਲ ਬੈਠ ਕੇ ਗੱਲ ਕਰ ਮੰਨ ਲਓ ਦਸ਼ਮੇਸ਼ ਦਰਬਾਰ ਗੁਰਦੁਆਰਾ ਇਨਵਾਈਟ ਕਰਦਾ, ਉਹ ਆਉਂਦੇ ਨੇ, ਤੁਸੀਂ ਨਾਲ ਬੈਠੋਗੇ, ਨਾਲ ਜਾਓਗੇ? ਨਹੀਂ, ਮੈਨੂੰ ਬੁਲਾਣਗੇ ਤੇ ਮੈਂ ਜਾਵਾਂਗਾ, ਪਰ ਜੇ ਪ੍ਰੇਫਰ ਕਰਨ ਨੂੰ ਮੈਂ ਨਾ ਜਾਵਾਂ ਤੇ ਮੈਂ ਐਬਸੈਂਟ ਹੋ ਜਾਵਾਂਗਾ। ਮਤਲਬ ਮੇਰੀ ਕੋਈ ਡਿਮਾਂਡ ਨਹੀਂ ਹੈਗੀ ਸਿਵਾਏ ਖਾਲਸਾ ਸਕੂਲ ਤੋਂ, ਵੀ ਖਾਲਸਾ ਸਕੂਲ ਦੇ ਬੱਚਿਆਂ ਨੂੰ ਹਾਊ ਟੂ ਐਜੂਕੇਟ, ਗਿਵ them ਬੈਟਰ ਥਿੰਗ,
ਹੋਰ ਮੇਰੀ ਕੋਈ ਡਿਮਾਂਡ ਨਹੀਂ ਹੈਗੀ ਵੀ ਦਸ਼ਮੇਸ਼ ਵਾਲੇ ਜਿੱਦਾਂ ਮਰਜ਼ੀ ਕਰਨ, ਸਿੰਘ ਸਭਾ ਵਾਲੇ ਜਿੱਦਾਂ ਮਰਜ਼ੀ ਕਰਨ, ਜਿੱਦਾਂ ਉਹਨਾਂ ਨੂੰ ਖੁਸ਼ ਹੈਗਾ ਅਸੀਂ ਉੱਥੇ ਜਾਵਾਂਗੇ, ਕਦੀ ਮੱਥਾ ਟੇਕ ਲਾਂਗੇ, ਵਾਪਸ ਆ ਜਾਾਂਗੇ, ਨੋ ਇੰਟਰਫੀਰੈਂਸ। ਯਾਨੀ ਕਿ ਤੁਹਾਡਾ ਗੁਰਦੁਆਰਾ ਸਾਹਿਬ ਦੀਆਂ ਬੀੜਾਂ ਛਾਪਣ ਵਾਲਾ ਜਿਹੜਾ ਪ੍ਰੋਜੈਕਟ ਸੀ ਤੇ ਗਿਵ ਅਪ ਕਰਤਾ ਅਸੀਂ ਕਿ ਮੈਨੂੰ ਕੋਈ ਚਿੰਤਾ ਨਹੀਂ। ਅਸੀਂ ਗਿਵ ਅਪ ਕਰਤਾ ਉਹਨਾਂ ਨੂੰ। ਸਾਡੀ ਖਾਲਸਾ ਸਕੂਲ ਤੋਂ ਇਲਾਵਾ ਹੋਰ ਕੋਈ ਇਨਵੋਲਵਮੈਂਟ ਨਹੀਂ ਹੈ। ਫਿਰ ਬੀੜਾਂ ਕਿਵੇਂ ਆਉਣਗੀਆਂ ਇੱਥੇ? ਗੱਲ ਤਾਂ ਮੁਸ਼ਕਲ ਤਾਂ ਉੱਥੇ ਹੀ ਰਹਿ ਗਈ ਜਿੱਥੇ ਖੜੀ ਸੀ। ਨਹੀਂ ਮਤਲਬ ਹੁਣ ਉਹ ਤਾਮੀ ਸਾਹਿਬ ਕਹਿੰਦੇ ਸੀ ਕਿਸੇ ਜ਼ਮਾਨੇ ਤੋਂ ਕੱਲਾ ਹੁੰਦਾ ਸੀਗਾ, ਹੁਣ ਸਾਡੇ ਕੋਲ ਹੋਰ ਵੀ ਹੈਗੇ ਨੇ। ਮੈਂ ਕਿਹਾ ਬੜਾ ਖੁਸ਼ ਹੋਇਆ। ਮੈਂ ਕਿਹਾ ਵੀ ਮਹਾਰਾਜ ਦੀ ਕਿਰਪਾ ਦੇਖੋ ਵੀ ਉਹ ਤਾਂ ਕੋਲ ਹੋਰ ਵੀ ਹੈਗੇ ਨੇ ਜੀ। ਤੇ ਸੋ ਇਹਦਾ ਮਤਲਬ ਹੈ ਕੋਈ ਨਾ ਕੋਈ ਆਪਣੇ ਦਿਮਾਗ 'ਚ ਰੱਖੀ ਬੈਠੇ ਆ ਕਿ ਕੋਈ ਨਾ ਕੋਈ ਹੋਰ ਪ੍ਰੋਜੈਕਟ। ਉਹਨਾਂ ਦੀ ਪ੍ਰੋਬਲਮ ਹੀ ਇਹੋ ਹੈਗੀ ਹੈ ਵੀ ਇੱਥੇ ਤੇ ਟੋਰਾਂਟੋ 'ਚ ਬੁਲੀ ਕਰਦੇ ਨੇ ਕੁਝ ਬੰਦੇ ਉਹਨਾਂ ਨੂੰ, ਤੇ ਉਹ ਡਿਸੀਜਨ ਨਹੀਂ ਲੈਂਦੇ ਜਿਹੜੇ ਹੈਗੇ ਨੇ। ਉਹ ਜਾਂ ਤੁਸੀਂ ਜ਼ਿਕਰ ਕਰ ਸਕਦੇ ਹੋ, ਕਿਉਂ ਨਹੀਂ? ਆਪਣਾ ਬਲ ਸਾਹਿਬ ਨੇ ਉਹਨੂੰ ਕਿਹਾ ਤਾਮੀ ਸਾਹਿਬ ਨੂੰ ਵੀ ਤੁਸੀਂ ਸੇਵਾ ਦੇ ਦਿਓ, ਵੀ ਸੇਵਾ ਸਾਨੂੰ ਦੇ ਦਿਓ। ਉਹਨਾਂ ਨੂੰ ਬਲ ਸਾਹਿਬ ਨੂੰ ਡਿਕਸੀ ਗੁਰਦੁਆਰੇ ਡਿਕਸੀ ਵਾਲਿਆਂ ਨੂੰ। ਮੈਂ ਕਿਹਾ ਬਿਲਕੁਲ ਬਹੁਤ ਚੰਗੀ ਗੱਲ ਹੈ ਜੀ। ਓਕੇ। ਮੈਂ ਕਿਹਾ ਬਲ ਸਾਹਿਬ ਨੂੰ ਦੇ ਦਿਓ, ਬਿਰਸਾ ਉੱਥੇ ਜਿਹੜੀ ਫਾਊਂਡੇਸ਼ਨ ਹੈਗੀ ਉਹਨਾਂ ਨੂੰ ਦੇ ਦਿਓ, ਸਿੰਘ ਸਭਾ ਸਰੀ ਨੂੰ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ, ਅਸੀਂ ਖੁਸ਼ ਹਾਂ, ਅਸੀਂ ਨਹੀਂ ਕਰਨੀ। ਓਕੇ। ਤੋ ਡੋਂਟ ਉਹਨੂੰ ਦੱਸਤਾ ਹੁੰਦੇ ਮੂੰਹ ਤੇ ਉੱਥੇ 15-20 ਬੰਦੇ ਬੈਠੇ ਸੀ ਕਮਰੇ 'ਚ ਜਦੋਂ ਮੈਂ ਉਹਨੂੰ ਕਿਹਾ, ਤੇ ਉਹ ਵੀ ਖੁਸ਼ ਸੀਗਾ। ਕਹਿੰਦਾ ਕਦੇ ਤੂੰ ਕੱਲਾ ਹੀ ਆਫਰ ਕਰਦਾ ਸੀ, ਹੁਣ ਸਾਡੇ ਕੋਲ ਹੋਰ ਆਫਰਾਂ ਵੀ ਹੈਗੀਆਂ ਨੇ। ਮੈਂ ਕਿਹਾ ਮੈਂ ਬੜਾ ਖੁਸ਼ ਹੈਗਾ। ਓਕੇ। ਫਿਰ ਜੇ ਦੇਖੋ ਨਾ ਕਿ ਜੇ ਸਾਰੇ ਗੁਰਦੁਆਰਿਆਂ 'ਚ ਗੁਰੂ ਨਾਨਕ ਟੈਂਪਲ ਕਹਿ ਲਓ, ਸਿੰਘ ਸਭਾ ਕਹਿ ਲਓ, ਕਿ ਦਸ਼ਮੇਸ਼ ਕਹਿ ਲਓ, ਜਿਹੜੇ ਸਾਰੇ ਗੁਰੂ ਗ੍ਰੰਥ ਸਾਹਿਬ ਨੇ ਉਹ ਖਾਲਸਾ ਸਕੂਲ ਤੋਂ ਗਏ ਹੋਏ ਨੇ। ਹਾਂ, ਮੈਨੂੰ ਚੇਤੇ ਆ ਬਹੁਤ ਚੰਗੀ ਤਰ੍ਹਾਂ। ਸਾਰੇ ਤੋਂ ਮਤਲਬ 77 ਤੋਂ ਅਸੀਂ ਮੰਗਾਉਣੇ ਸ਼ੁਰੂ ਕੀਤੇ ਸੀਗੇ, ਤੇ ਲਾਸਟ ਮੇਰੇ ਖਿਆਲ 2014 'ਚ ਆਈ ਸੀਗੀ ਮਹਾਰਾਜ ਦੀ ਬੱਸ। ਤੇ ਸੋ ਉਹਨਾਂ ਕੋਲ ਹੀ ਹੈਗੇ ਨੇ। ਜੇ ਅਸੀਂ ਚਲੋ ਮਰਿਆਦਾ ਨਹੀਂ ਕਰਦੇ, ਹੁਣ ਉਹ ਮਰਿਆਦਾ ਬੈਟਰ ਨਾਲ ਕਰ ਲੈਣ। 96-97 ਦੇ ਵਿੱਚ ਮੈਂ ਵੀ ਖਾਲਸਾ ਸਕੂਲ ਤੋਂ ਹੀ ਲੈ ਕੇ ਗਿਆ ਸੀ। ਹਾਂ ਠੀਕ ਹੈ, ਸਾਰੇ ਮਤਲਬ ਜਿੰਨੇ BC 'ਚ ਹੈਗੇ ਨੇ। ਜੇ ਕੋਈ ਚੈਚੀ 'ਚ ਲੈ ਗਿਆ ਤਾਂ ਵੱਖਰੀ ਗੱਲ ਹੈ, ਜਿਹੜੇ ਆਫੀਸ਼ੀਅਲੀ ਆਏ ਨੇ ਥਰੂ। ਅੱਛਾ, ਇੱਕ ਹੋਰ ਕਰੀਏ, ਕਿਉਂ ਨਹੀਂ ਜੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਸਕਦੀ ਆ, ਕੈਨੇਡਾ ਦੇ ਵਿੱਚ ਆਪਣੀ ਸਾਰੇ ਗੁਰਦੁਆਰੇ ਰਲ ਕੇ ਇੱਕ ਇਹੋ ਜਿਹੀ ਕਮੇਟੀ ਕਿਉਂ ਨਹੀਂ ਬਣਾ ਸਕਦੇ? ਵਰਲਡ ਵਾਈਡ ਇੱਕ ਇਹੋ ਜਿਹੀ ਸੰਸਥਾ ਕਿਉਂ ਨਹੀਂ ਕਾਇਮ ਕਰ ਸਕਦੇ? ਜਿਹੜੀਆਂ ਸਾਡੀਆਂ ਵਿਦੇਸ਼ੀ ਸਿੱਖਾਂ ਦੀਆਂ ਮੁਸ਼ਕਲਾਂ ਨੇ, ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਮਰਜ਼ੀ ਕਰ ਰਹੀ ਹੈ, ਕਿ ਉਹ ਸ਼੍ਰੋਮਣੀ ਕਮੇਟੀ ਤੇ ਇਹ ਗੱਲ ਆਖੀ ਜਾਂਦੀ ਹੈ ਕਿ ਉੱਥੇ ਬਾਦਲਾਂ ਦਾ ਕਬਜ਼ਾ, ਬਾਦਲ ਆਪਣੀ ਮਰਜ਼ੀ ਨਾਲ ਜਥੇਦਾਰ ਲਾਉਂਦੇ ਨੇ, ਬਾਦਲ ਆਪਣੀ ਮਰਜ਼ੀ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਾਉਂਦੇ ਨੇ, ਜਿਵੇਂ ਉਹਨਾਂ ਦਾ ਹੁਕਮ ਹੁੰਦਾ ਉਸ ਅਨੁਸਾਰ ਹੀ ਚੱਲਦਾ। ਤੁਹਾਡੀ ਕੀ ਸੁਝਾਅ ਹੈ ਕਿ ਜੇ ਅਸੀਂ ਸਾਰੇ ਵਿਦੇਸ਼ਾਂ ਵਾਲੇ ਹਰ ਮੁਲਕ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਨੇ, ਜੇ ਇੱਕ ਆਪਣੀ ਇਹੋ ਜਿਹੀ ਵਰਲਡ ਵਾਈਡ ਸਿੱਖਾਂ ਦੀ ਇੱਕ ਇਹੋ ਜਿਹੀ ਸੰਸਥਾ ਬਣਾਈ ਜਾਵੇ ਤਾਂ ਜੋ ਅਸੀਂ ਫੈਸਲੇ ਆਪ ਲੈ ਸਕੀਏ, ਪਰ ਜਿਹੜਾ ਹੁਕਮ ਅਕਾਲ ਤਖਤ ਦਾ, ਸੁਪਰੀਮ ਪਾਵਰ ਤਾਂ ਸਾਡੇ ਲਈ ਅਕਾਲ ਤਖਤ ਹੀ ਰਹਿ ਗਈ ਨਾ, ਕੋਈ ਤਾਂ ਡੰਡਾ ਸੁਪਰੀਮ ਦਾ ਚਾਹੀਦਾ ਨਾਲ। ਤੁਹਾਡਾ ਇਹਦੇ ਬਾਰੇ ਕੀ ਸੁਝਾਅ ਹੈ? ਮਤਲਬ ਜੋ ਮਰਜ਼ੀ ਕਰ ਲਓ, ਜਿੱਥੇ ਤੱਕ ਬੰਦਿਆਂ ਨੇ ਕੋਈ ਵੀ ਧਰਮ ਚਲਾਉਣਾ, ਚਾਹੇ ਉਹ ਕ੍ਰਿਸਚੈਨਿਟੀ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈਗਾ, ਉੱਥੇ ਡਿਫਰੈਂਸ ਓਪੀਨੀਅਨ ਰਹਿਣੀ ਹੈਗੀ ਹੈ। ਅਸੀਂ ਗੱਲਾਂ ਕਰਦੇ ਹਾਂ ਸਵੇਰੇ ਅਰਦਾਸ ਦੇ ਵਿੱਚ ਸਾਰੀਆਂ ਕੁਰਬਾਨੀਆਂ ਦੀਆਂ। ਅਸੀਂ ਛੋਟੀ ਜਿਹੀ ਕੁਰਬਾਨੀ ਤੇ ਦਿਨੇ ਕਰ ਨਹੀਂ ਸਕਦੇ ਵੀ ਆਪਣੇ ਆਪੋਜੀਸ਼ਨ ਵਾਲੇ ਸਿੱਖ ਨੂੰ ਸਤਿਕਾਰ ਨਹੀਂ ਕਰ ਸਕਦੇ। ਇਹ ਛੋਟੀ ਜਿਹੀ ਕੁਰਬਾਨੀ ਹੈ। ਸਾਨੂੰ ਪਹਿਲੇ ਇਹ ਕਰਨਾ ਚਾਹੀਦਾ ਵੀ ਉਹਨਾਂ ਨਾਲ ਸਤਿਕਾਰ ਨਾਲ ਅਸੀਂ ਬੋਲ ਸਕੀਏ ਜੀ। ਸੋ ਐਂਡ ਆਫ ਦਾ ਡੇ ਮਤਲਬ ਜਿੰਨੇ ਮਰਜ਼ੀ ਸੰਸਥਾ ਬਣਾਓ, ਡਿਫਰੈਂਸ ਓਪੀਨੀਅਨ ਰਹਿਣੀ ਹੈਗੀ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜੀ ਚਿੱਠੀ ਲਿਖੀ ਇਹਨਾਂ ਨੇ ਜੀ, ਮਤਲਬ ਦੇਸ਼ ਆ ਚਿੱਠੀ ਆਪਾਂ ਦਿਖਾ ਵੀ ਦਿੰਨੇ ਆ ਸਾਰੇ ਦਰਸ਼ਕਾਂ ਦੇ ਲਈ ਵੀ ਚਿੱਠੀ ਲਿਖੀ ਜਿਹੜੀ ਹੈ। ਹਾਂਜੀ, ਗੱਲ ਕਰਦੇ ਰਹੋ। ਵੈਰੀ ਡਿਸਰਿਸਪੈਕਟਫੁਲ ਟੂ ਜਥੇਦਾਰ ਸਾਹਿਬ। ਮਤਲਬ ਬੇਸਿਕਲੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਹੈਗਾ। ਇਹਨੂੰ ਇਹ ਜੇ ਅੱਜ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਇਹਨਾਂ ਬੰਦਿਆਂ ਨੇ ਉਹਨਾਂ ਨੂੰ ਵੀ ਡਿਸਰਿਸਪੈਕਟ ਕਰਨੀ ਸੀਗੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਮ੍ਰਿਤਸਰ ਵੜਨ ਤੋਂ ਸਿੱਖਾਂ ਨੇ ਰੋਕਤਾ ਸੀਗਾ। ਇਹ ਉੱਦਾਂ ਦੇ ਅਸੀਂ ਇਹੋ ਗਲਤੀਆਂ ਕਰ ਰਹੇ ਨੇ। ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਦੀਸ ਪੀਪਲ ਐਂਡ ਦੋਸ ਪੀਪਲ ਐਟ ਦੈਟ ਟਾਈਮ। ਨਵੇਂ ਪਾਤਸ਼ਾਹ ਨੂੰ ਉਹਨਾਂ ਨੇ ਮਨਾ ਕਰਤਾ ਸੀਗਾ। ਇਹ ਤੇ ਕਿਸੇ ਵਾਸਤੇ ਵੀ ਇਸ ਤਰ੍ਹਾਂ ਦੀ ਚਿੱਠੀ ਆਮ ਬੰਦੇ ਨੂੰ ਲਿਖਣੀ ਨਹੀਂ ਚਾਹੀਦੀ। ਜਥੇਦਾਰ ਅਕਾਲ ਚਿੱਠੀ ਲਿਖਣੀ ਹੈ ਇਸ ਤਰ੍ਹਾਂ ਇੰਨੀ ਮਾੜੀ ਵੀ ਉਹਨੂੰ ਦੱਸ ਰਹੇ ਨੇ ਵੀ ਤੇਰੀ ਮਰਿਆਦਾ ਕੀ ਹੈਗੀ ਹੈ। It is just like telling a judge what you have to do. ਪਰ ਕੁਝ ਵੀ ਹੈਗਾ ਮਲਿਕ ਸਾਹਿਬ, ਆਪਾਂ ਗੱਲ ਕਰੀਏ ਦਸ਼ਮੇਸ਼ ਦਰਬਾਰ ਦੀ, ਨਾਰਥ ਅਮਰੀਕਾ ਦੇ ਵਿੱਚ ਪ੍ਰਚਾਰ ਦਾ ਸਭ ਤੋਂ ਵੱਡਾ ਕੇਂਦਰ ਵੀ ਗਿਣਿਆ ਜਾਂਦਾ ਰਿਹਾ ਹੈ। ਸਭ ਤੋਂ ਵੱਡੀ ਪਬਲਿਕ ਦੀ ਗੈਦਰਿੰਗ ਹੈ ਜਿਹੜੀ
ਖਾਲਸਾ ਸਾਜਨਾ ਦਿਵਸ ਦੇ ਮੌਕੇ ਦੁਨੀਆ ਭਰ ਦੇ ਵਿੱਚ ਲੋਕ ਦੇਖਣ ਆਉਂਦੇ ਨੇ ਕਿ ਏਡਾ ਵੱਡਾ ਇਕੱਠ ਦੁਨੀਆ ਵਿੱਚ ਕਿਤੇ ਨਹੀਂ ਦੇਖਿਆ। ਪ੍ਰਚਾਰ ਤਾਂ ਹੋ ਰਿਹਾ ਹੈ, ਫਿਰ ਵਿਚਾਰਧਾਰਾ ਦੇ ਵਿੱਚ ਜੇ ਕੋਈ ਥੋੜਾ ਬਹੁਤ ਫਰਕ ਹੈ ਤੇ ਵਿਚਾਰਧਾਰਾ ਨੂੰ ਅਸੀਂ ਬਹਿ ਕੇ ਕਿਉਂ ਨਹੀਂ ਸੁਲਝਾ ਸਕਦੇ? ਫਿਰ ਗੱਲ ਤਾਂ ਇਹੀ ਹੈ। ਸਾਰਿਆਂ 'ਚ ਗੁਣ ਵੀ ਹੁੰਦੇ ਨੇ, ਉਹਨਾਂ 'ਚ ਗੁਣ ਵੀ ਹੈਗੇ ਨੇ ਜੀ, ਤੇ ਅਸੀਂ ਇਹ ਸਾਨੂੰ ਐਕਸੈਪਟ ਕਰਨਾ ਚਾਹੀਦਾ ਹੈਗਾ। ਬਿਲਕੁਲ। ਪਰ ਜਦੋਂ ਇਹ ਇਸ ਤਰ੍ਹਾਂ ਬੁਲੀ ਕਰਦੇ ਨੇ ਨਾ, ਉਹ ਮਤਲਬ ਵੀ ਜਿਹੜੀ ਅਥਾਰਟੀ ਹੈ ਨਾ ਜੀ, ਉਹਨੂੰ ਫਿਰ ਇੱਥੇ ਸੰਗਤਾਂ ਨੂੰ ਮਤਲਬ ਗੁੰਮਰਾਹ ਕਰਦੇ ਨੇ, ਉਹਨਾਂ ਨੂੰ ਮਗਰ ਲਾ ਲੈਂਦੇ ਨੇ ਵੀ ਜੇ ਫਰਜ਼ ਕਰੋ ਅੱਜ ਬਾਦਲ ਸਾਹਿਬ ਦਾ ਕੰਟਰੋਲ ਹੈਗਾ, ਜੀ, ਕੱਲ ਨੂੰ ਕਿਸੇ ਹੋਰ ਦਾ ਕੰਟਰੋਲ ਹੋਏਗਾ। ਕਿਸੇ ਬੰਦੇ ਦਾ ਤਾਂ ਕੰਟਰੋਲ ਰੱਖਣਾ ਹੀ ਪਏਗਾ ਨਾ, ਕੋਈ ਤਾਂ ਪ੍ਰੈਜ਼ੀਡੈਂਟ ਬਣਾਉਣਾ ਹੀ ਪਏਗਾ। ਜਿਹੜੀ ਪਾਰਟੀ ਜਿੱਤੇਗੀ ਉਹਨਾਂ ਦਾ ਕੋਈ ਤਾਂ ਪ੍ਰੈਜ਼ੀਡੈਂਟ ਹੋਏਗਾ ਹੀ ਹੋਏਗਾ। ਸੋ ਉਸ ਪ੍ਰੈਜ਼ੀਡੈਂਟ ਦਾ ਕੰਟਰੋਲ ਹੋਏਗਾ। ਇਹ ਕਹਿਣਾ ਵੀ ਇਸ ਬੰਦੇ ਦਾ ਕੰਟਰੋਲ ਹੈਗਾ, ਵਾਟਸ ਰੋਂਗ ਵਿਦ ਇਟ? You go and make a society and run the election and win the election and you get the control. ਇਹ ਕੰਟਰੋਲ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਬਾਦਲਾਂ ਦੀ ਆਉਂਦੀ ਹੈ, ਤੁਹਾਨੂੰ ਮਲਕ ਸਾਹਿਬ ਪਤਾ ਹੈ ਕਿ ਉਹਨਾਂ ਨੇ ਬੜਾ ਨੁਕਸਾਨ ਕੀਤਾ, ਸਾਰੀ ਦੁਨੀਆ ਨੂੰ ਪਤਾ ਨੁਕਸਾਨ ਕੀਤਾ। ਮੈਂ ਬਾਦਲ ਸਾਹਿਬ ਦੇ ਹੱਕ 'ਚ ਨਹੀਂ ਹੈਗਾ ਜੀ, ਮੈਂ ਕਹਿ ਰਿਹਾ ਹੈਗਾ ਵੀ ਹੁਣ ਸਾਨੂੰ ਮਤਲਬ ਇਹ ਡਿਸਪਲਿਨ ਆਊਟ ਆਫ ਨਹੀਂ ਹੋਣਾ ਚਾਹੀਦਾ ਜੀ, ਵੀ ਅਸੀਂ ਨਹੀਂ ਕਹਿੰਦੇ ਬਾਦਲ ਸਾਹਿਬ ਚੰਗੇ ਨੇ, ਮੈਂ ਉਹਨੂੰ ਮਿਲਿਆ ਵੀ ਨਹੀਂ ਹੈਗਾ। ਐਤਕੀ ਨਹੀਂ ਮਿਲੇ, ਸੁਖਬੀਰ ਨਾਲ ਨਹੀਂ ਮਿਲੇ ਜੀ? ਬਿਲਕੁਲ ਨਹੀਂ ਮਿਲਿਆ, ਨਾ ਹੀ ਕੋਈ ਐਫਰਟ ਕੀਤੀ। ਬਹੁਤ ਟੂ ਮਚ ਹੀਟ ਸੀਗੀ, ਜਿੱਥੇ ਜਾਂਦਾ ਸੀਗਾ ਜੇ ਅੱਗੇ ਉੱਥੇ ਬੰਦੇ ਹੁੰਦੇ ਸੀਗੇ ਤੇ ਮਿਲ ਲੈਂਦਾ ਸੀਗਾ। ਦਿੱਲੀ ਤੇ ਮੈਂ ਰਹਿੰਦਾ ਸੀਗਾ, ਜਦੋਂ ਅੰਮ੍ਰਿਤਸਰ ਮੈਂ 2-3 ਵਾਰੀ ਗਿਆ, ਪਹਿਲੀ ਵਾਰੀ ਧਾਮੀ ਸਾਹਿਬ ਹੈਗੇ ਨਹੀਂ ਸੀਗੇ, ਦੂਜੀ ਵਾਰੀ ਗਿਆ ਤੇ ਧਾਮੀ ਸਾਹਿਬ ਸੀਗੇ, ਉਹਨਾਂ ਦੇ ਆਫਿਸ ਚਲਾ ਗਿਆ, ਉਹਨਾਂ ਨਾਲ ਗੱਲ ਕਰ ਲਿੱਤੀ ਤੇ ਕੋਈ ਮਤਲਬ ਜਾਂਦਾ ਮੈਂ ਦਰਬਾਰ ਸਾਹਿਬ ਸੀਗਾ। ਓਕੇ, ਦਰਬਾਰ ਸਾਹਿਬ ਜਾਂਦੇ ਰਹੇ ਹੋ? ਜਾਂਦਾ ਦਰਬਾਰ ਸਾਹਿਬ ਸੀਗਾ, ਜਦੋਂ ਜੇ ਮਿਲ ਗਏ ਤੇ ਠੀਕ ਹੈ। ਆਪਣੇ ਪਿੰਡ ਵੀ ਜਾ ਕੇ ਆਏ ਹੋ ਐਤਕੀ? ਫਿਰੋਜ਼ਪੁਰ ਮੇਰਾ ਪਿੰਡ, ਉੱਥੇ ਕੋਈ ਹੈਗਾ ਹੀ ਨਹੀਂ ਮੇਰਾ, ਤੇ ਮੈਂ ਉੱਥੇ ਕਿੰਨਾ ਫਰੰਟ। ਅੱਛਾ, ਪਰ ਉੱਥੇ ਅਸੀਂ ਬਿਰਧ ਆਸ਼ਰਮ ਬਣਾ ਰਹੇ ਹਾਂ, ਜਿਹੜਾ ਘਰ ਸੀ ਨਾ। ਵਾਹ ਜੀ ਵਾਹ, ਬਹੁਤ ਵਧੀਆ। ਉੱਥੇ ਅਸੀਂ ਬਿਰਧ ਆਸ਼ਰਮ ਬਣਾ ਰਹੇ ਹਾਂ, ਸਾਡਾ ਘਰ ਖਾਲੀ ਪਿਆ ਸੀ ਉੱਥੇ ਜੀ, ਤੇ ਉੱਥੇ ਬਿਰਧ ਆਸ਼ਰਮ ਬਣਾ। ਜਾਂਦੇ ਜਾਂਦੇ ਥੋੜਾ ਜਿਹਾ ਦੱਸ ਕੇ ਜਾਓ 1 ਮਿੰਟ ਦੇ ਵਿੱਚ ਹੁਣ ਕਿਹੜੇ ਕਿਹੜੇ ਕਾਰਜ ਖਾਲਸਾ ਐਲੀਮੈਂਟਰੀ ਸਕੂਲ ਸੀ, ਹਾਈ ਸਕੂਲ ਬਣਾ ਰਿਹਾ, ਹੁਣ ਪਤਾ ਲੱਗਾ ਕਿ ਖਾਲਸਾ ਕਾਲਜ ਦੀ ਮਨਜ਼ੂਰੀ ਮਿਲ ਗਈ ਹੈ ਤੁਹਾਨੂੰ? ਖਾਲਸਾ ਕਾਲਜ ਦੀ ਮਨਜ਼ੂਰੀ ਮਿਲ ਗਈ ਹੈ। ਕਿੱਥੇ ਬਣਾ ਰਹੇ ਅਸੀਂ ਇੰਡੀਆ ਐਬਸਫੋਰਡ, ਅਸੀਂ 12 ਏਕੜ ਜ਼ਮੀਨ, ਓਕੇ, 13 ਏਕੜ ਜ਼ਮੀਨ ਖਰੀਦੀ ਹੈ, ਉਹਦੀ ਰਜਿਸਟਰੀ ਹੋ ਗਈ ਹੈ। ਉੱਥੇ ਅਸੀਂ ਖਾਲਸਾ ਸਕੂਲ ਖੋਲ੍ਹਣਾ, ਉੱਥੇ ਕਾਲਜ ਦੀ ਬਿਲਡਿੰਗ ਖੋਲ੍ਹਣੀ ਹੈਗੀ ਹੈ ਐਬਸਫੋਰਡ ਦੇ ਵਿੱਚ। ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ ਤੇ ਆ ਕੇ ਗੱਲਬਾਤ ਕੀਤੀ ਹੈ। ਚੜ੍ਹਦੀ ਕਲਾ ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਿਪਦਮਨ ਸਿੰਘ ਮਲਿਕ, ਜਿਹੜੇ ਕਿ ਖਾਲਸਾ ਸਕੂਲ ਖਾਲਸਾ ਕ੍ਰੈਡਿਟ ਦੇ ਬਾਨੀ ਨੇ, ਜਿਨ੍ਹਾਂ ਨੇ ਇੱਕ ਨਾਮ ਕਮਾਇਆ, ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਕਿਉਂ ਸਾਡੇ ਵਖਰੇਵੇਂ ਨੇ, ਕਿਉਂ ਨਹੀਂ ਅਸੀਂ ਦੁਨੀਆ ਭਰ ਦੇ ਵਿੱਚ ਇਕੱਠੇ ਹੋ ਕੇ ਸਾਰੇ ਸਿੱਖ ਜਿਹੜੀਆਂ ਇੰਨੀਆਂ ਪ੍ਰਾਪਤੀਆਂ ਬਾਹਰ ਵਿਦੇਸ਼ਾਂ ਦੇ ਵਿੱਚ ਆ ਕੇ ਕੀਤੀਆਂ ਨੇ, ਤੇ ਫਿਰ ਆਪਸੀ ਮਤਭੇਦਾਂ ਕਰਕੇ ਅਸੀਂ ਅਕਾਲ ਤਖਤ ਸਾਹਿਬ ਦੀ ਸੁਪਰੀਮ ਪਾਵਰ ਨੂੰ ਨੀਵਾਂ ਕਿਉਂ ਦਿਖਾ ਰਹੇ ਹਾਂ। ਉਮੀਦ ਹੈ ਕਿ ਅੱਜ ਦੀ ਗੱਲਬਾਤ ਦੇ ਵਿੱਚੋਂ ਦੋਨੇ ਧਿਰਾਂ, ਮੇਰੇ ਕੋਲ ਸਮਾਂ ਮਿਲਿਆ ਕਿਸੇ ਵੇਲੇ ਦਸ਼ਮੇਸ਼ ਦਰਬਾਰ ਜਾਂ ਫਿਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਲਿਆ ਕੇ ਮੈਂ ਜ਼ਰੂਰ ਗੱਲਬਾਤ ਕਰਾਂਗਾ।